ਅਸੀਂ ਪਿਛਲੇ ਦੋ ਦਿਨਾਂ ਤੋਂ, ਪਿਛਲੇ 2 ਹਫ਼ਤੇ ਤੋਂ ਇਹ ਦੇਖਦੇ ਆ ਰਹੇ ਹਾਂ ਕਿ ਵੇਅਰ ਇਜ਼ ਗਾਡ ਵੈਨ ਇਟ ਹਰਟਸ। ਪ੍ਰਭੂ ਕਿੱਥੇ ਹੁੰਦਾ ਜਿਸਲੇ ਅਸੀਂ ਦੁੱਖ ਦੇ ਵਿੱਚੋਂ ਦੀ ਗੁਜ਼ਰ ਰਹੇ ਹੁੰਦੇ ਹਾਂ। ਪ੍ਰਭੂ ਦਾ ਅਸੀਂ ਸ਼ੁਕਰ ਕਰਦੇ ਹਾਂ ਕਿ ਜਿਸ ਵੇਲੇ ਸਾਨੂੰ ਮਸੀਹੀ ਹੋਣ ਦੇ ਕਰਕੇ ਦੁੱਖ ਆਉਂਦਾ ਤੇ ਉਸ ਦੇ ਪਿੱਛੇ ਬਹੁਤ ਵੱਡਾ, ਔਰ ਲੈਟ ਮੀ ਬੀ ਵੈਰੀ ਕਲੀਅਰ, ਇਸ ਕਰਕੇ ਨਹੀਂ ਕਿ ਅਸੀਂ ਮਸੀਹੀ ਹਾਂ ਔਰ ਆਪਣੇ ਕੰਮਾਂ ਔਰ ਆਪਣੀਆਂ ਸਾਡੀਆਂ ਕਰਤੂਤਾਂ ਕਰਕੇ ਜਿਹੜਾ ਦੁੱਖ ਆਉਂਦਾ ਉਹਦੇ ਵਿੱਚ ਮਸੀਹਤ ਦਾ ਕੋਈ ਮਤਲਬ ਨਹੀਂ। ਜਿਹੜੀਆਂ ਮੇਰੀਆਂ ਗਲਤੀਆਂ ਦੇ ਕਰਕੇ ਮੇਰੇ ਤੇ ਦੁੱਖ ਆਉਂਦਾ ਉਹ ਮੇਰੀ ਜ਼ਿੰਮੇਵਾਰੀ ਆ। ਜਿਹੜੀ ਮੈਂ ਕੋਠੇ ਤੇ ਚੜ੍ਹ ਕੇ ਛਾਲ ਮਾਰੀ ਹੋਆ, ਲੱਤ ਟੁੱਟਦੀ ਪਈ, ਉਹ 'ਚ ਮਸੀਹ ਦਾ ਕੋਈ ਕਸੂਰ ਨਹੀਂ। ਇਜ਼ ਇਟ ਕਲੀਅਰ? ਜਿਹੜੀ ਉਹ ਕੌਨਸੀਕੁਐਂਸਿਸ, ਜਿਹੜਾ ਮਸੀਹ ਦੇ ਨਾਮ ਦੀ ਖਾਤਰ ਸਾਡੇ ਤੇ ਦੁੱਖ ਆਉਂਦਾ, ਮੈਂ ਉਸ ਦੁੱਖ ਦੀ ਗੱਲ ਕਰਦਾ ਪਿਆ। ਜਿਹੜਾ ਪ੍ਰਭੂ ਦੇ ਕਰਕੇ ਸਾਡੇ ਤੇ ਦੁੱਖ ਆਉਂਦਾ, ਉਸ ਦੀ ਮੈਂ ਗੱਲ ਕਰਦਾ ਪਿਆ। The pain we have to go through for the cause of Christ, that's a birth pangs. ਜਿਸ ਤਰ੍ਹਾਂ ਇੱਕ ਮਾਂ ਬੱਚੇ ਨੂੰ ਜਨਮ ਦੇਣ ਤੋਂ ਪਹਿਲਾਂ ਬਹੁਤ ਹੀ ਦੁੱਖਾਂ ਦੇ ਵਿੱਚ ਦੀ ਗੁਜ਼ਰਦੀ ਆ, ਔਰ ਜਿਸ ਵੇਲੇ ਉਹ ਬੱਚਾ ਉਸਦੇ ਹੱਥਾਂ ਦੇ ਵਿੱਚ ਫੜਾਇਆ ਜਾਂਦਾ, ਮੈਂ ਅੱਜ ਤੱਕ ਕੋਈ ਮਾਂ ਨਹੀਂ ਦੇਖੀ ਜਿਹੜੀ ਉਸ ਨੂੰ ਗਾਲਾਂ ਕੱਢੇ ਕਿ ਤੇਰੀ ਖਾਤਰ ਦੇਖ ਮੈਂ ਕਿੰਨੇ ਦੁੱਖ ਦੇ ਵਿੱਚ ਦੀ ਗੁਜ਼ਰੀ ਹਾਂ। ਉਸ ਨੂੰ ਆਪਣੇ ਦੁੱਖ ਭੁੱਲ ਜਾਂਦੇ ਆ। ਈਵਨ ਦੋ ਕਿ ਮੈਂ ਇਹ ਵੀ ਦੇਖਿਆ ਕਿ ਉਹ ਮਾਵਾਂ ਵਿਚਾਰੀਆਂ ਪਹਿਲਾਂ ਦੁੱਖ ਦੇ ਵਿੱਚ ਦੀ ਗੁਜ਼ਰਦੀਆਂ, ਫਿਰ ਉਹਨਾਂ ਨੂੰ ਸੀ ਸੈਕਸ਼ਨ ਦੇ ਵਿੱਚ ਦੀ ਗੁਜ਼ਰਨਾ ਪੈਂਦਾ, ਡਾਕਟਰ ਟਾਂਕੇ ਲਾ ਰਿਹਾ ਹੁੰਦਾ, ਲੇਕਿਨ ਉਹ ਮਾਂ ਉਸ ਬੱਚੇ ਨੂੰ ਲੈ ਕੇ ਖੁਸ਼ ਹੁੰਦੀ ਆ, ਖੁਸ਼ੀ ਮਨਾ ਰਹੀ ਹੁੰਦੀ ਆ, ਉਸ ਨੂੰ ਆਪਣੀ ਛਾਤੀ ਦੇ ਉੱਤੇ ਪਾਉਂਦੀ ਆ, ਉਸ ਦਾ ਨਾਮ ਰੱਖਦੀ ਆ, ਉਸ ਨੂੰ ਨਾਮ ਦੇ ਰਹੀ ਹੁੰਦੀ ਆ। ਮਸੀਹਤ ਦਾ ਜਿੰਨਾ ਵੀ ਦੁੱਖ ਸਾਨੂੰ ਮਿਲਦਾ, ਮਸੀਹ ਦੇ ਕਰਕੇ ਜਿਹੜਾ ਸਾਨੂੰ ਦੁੱਖ ਮਿਲਦਾ, ਉਹਦੇ 'ਚ ਭਾਵੇਂ ਮੌਤ ਕਿਉਂ ਨਾ ਇਨਵੋਲਵ ਹੋਵੇ, ਪਰ ਉਹਦੇ ਵਿੱਚ ਹਮੇਸ਼ਾ ਨਵਾਂ ਜਨਮ ਹੁੰਦਾ, ਔਰ ਉਸਦੇ ਰਸਤੇ ਦੇ ਵਿੱਚ ਕੋਈ ਇਨਸਾਨ ਖੜਾ ਨਹੀਂ ਹੋ ਸਕਦਾ। ਇਟਸ ਅ ਗਾਡ ਥਿੰਗ। ਇਟਸ ਅ ਗਾਡ ਥਿੰਗ। ਪ੍ਰਭੂ ਦੇ ਵਚਨ ਦੇ ਵਿੱਚੋਂ ਜਿਹੜੀ ਚੀਜ਼ ਅੱਜ ਅਸੀਂ ਦੇਖਣ ਜਾ ਰਹੇ ਹਾਂ, ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ 1-2 ਪੁਸਤਕਾਂ, ਜਿਹੜੀ ਮੇਰੀ ਹਮੇਸ਼ਾ ਕੋਸ਼ਿਸ਼ ਹੁੰਦੀ ਕਿ ਸਾਲ ਦੇ ਵਿੱਚ ਘੱਟ ਤੋਂ ਘੱਟ ਅਸੀਂ 2 ਪੁਸਤਕਾਂ ਦੇ ਵਿੱਚ ਦੀ ਜ਼ਰੂਰ ਗੁਜ਼ਰੀਏ। ਇਸ ਸਾਲ ਅਸੀਂ ਜੋ ਸੰਤ ਪੌਲ ਦੀ ਗਲਤੀਆਂ ਦੀ ਪੁਸਤਕ ਆ ਉਹਦੇ ਵਿੱਚ ਦੀ ਗੁਜ਼ਰਾਂਗੇ, ਔਰ ਉਸ ਦੇ ਨਾਲ ਨਾਲ ਅਸੀਂ 1 ਟਿਮੋਥੀ ਔਰ 2 ਟਿਮੋਥੀ ਦੇ ਵਿੱਚ ਦੀ ਗੁਜ਼ਰਾਂਗੇ। ਉਸ ਦੇ ਕਰਕੇ ਮੈਂ ਇਹ ਤੁਹਾਡੀ ਤਿਆਰੀ ਕਰਦਾ ਪਿਆ ਕਿ ਜਿਹੜੀ ਸੰਤ ਪੌਲ ਦੀ ਸਾਨੂੰ ਪੁਸਤਕ ਮਿਲੀ ਆ, ਇਟ ਇਜ਼ ਨਾਟ, ਇਹ ਸੰਤ ਪੌਲ ਦੀ ਪੁਸਤਕ ਨਹੀਂ ਸਾਨੂੰ ਮਿਲੀ, ਇਹ ਨਵੇਂ ਜਨਮ ਦੀ ਸਾਨੂੰ ਪੁਸਤਕ ਮਿਲੀ ਆ। ਅਸੀਂ ਪਿਛਲੇ ਹਫ਼ਤੇ ਸਤਿਫਨਸ ਦੇ ਬਾਰੇ ਦੇਖਿਆ ਸੀ ਕਿ ਸਟੀਵਨ ਦੇ ਉਹਨਾਂ ਨੇ ਪੱਥਰ ਮਾਰੇ, ਔਰ ਉਹ ਮਸੀਹ ਦੀ ਖਾਤਰ ਦੁੱਖ ਸਹਿ ਰਿਹਾ। ਉਹ ਉਸਦੇ ਪੱਥਰ ਮਾਰਦੇ ਪਏ ਆ, ਉਸਦੇ ਲਈ ਉੱਤੋਂ ਸਵਰਗ ਖੁੱਲਿਆ ਆ, ਔਰ ਪਰਮੇਸ਼ਵਰ ਦੀ ਮਹਿਮਾ ਦੇਖਦਾ ਪਿਆ, ਪਰਮੇਸ਼ਵਰ ਨੂੰ ਉਸਦੀ ਮਹਿਮਾ ਦੇ ਵਿੱਚ ਦੇਖਦਾ ਪਿਆ, ਪਰਮੇਸ਼ਵਰ ਦੇ ਪੁੱਤਰ ਨੂੰ ਪਰਮੇਸ਼ਵਰ ਦੇ ਸੱਜੇ ਹੱਥ ਖੜਾ ਦੇਖਦਾ ਪਿਆ, ਔਰ ਉਹ ਇਹ ਕਹਿ ਰਿਹਾ, ਦੇਖੋ ਮੈਂ ਸਵਰਗ ਨੂੰ ਖੁੱਲਿਆ ਦੇਖਦਾ ਪਿਆ, ਔਰ ਪਰਮੇਸ਼ਵਰ ਦੇ ਪੁੱਤਰ ਨੂੰ ਉਸਦੇ ਸੱਜੇ ਹੱਥ ਖੜਾ ਦੇਖਦਾ ਪਿਆ। ਉਹਨਾਂ ਨੇ ਹੋਰ ਦੰਦ ਪੀਸੇ ਔਰ ਉਸਦੇ ਹੋਰ ਪੱਥਰ ਮਾਰੇ, ਔਰ ਉਸ ਨੂੰ
जानो इत्थे तक कि जिसलिए वो जान उसने जान देण दा वेला आया, उसने कहा हे प्रभु तू इन्हां दे उत्ते ए पाप ना लाई। और जिस वेले वो आखिरी बर्थ पैंग दे विच दी गुजरिया, जिसले वो अंतम उस दुख दी विच दी गुजरिया, उस तो एक आत्मा पैदा हुई। और वो जिहड़ी आत्मा पैदा हुई वो संत पौल दी आत्मा सी। वो संत पौलुस दे लई एक आत्मा सी। ਅਸੀਂ ਜਿਸਲੇ ਵਚਨ ਨੂੰ ਦੇਖਦੇ ਪਏ ਹਾਂ ਤਾਂ ਅਸੀਂ ਆਪਣੇ ਤਰੀਕੇ ਦੇ ਨਾਲ ਦੇਖਦੇ ਪਏ ਹਾਂ। ਅਸੀਂ ਇਹ ਸੋਚਦੇ ਪਏ ਹਾਂ ਕਿ ਸਟੀਫਨਸ ਦੁੱਖਾਂ ਦੇ ਵਿੱਚ ਦੀ ਗੁਜ਼ਰਦਾ ਪਿਆ, ਲੇਕਿਨ ਦੂਸਰੇ ਪਾਸੇ ਧਿਆਨ ਦੇ ਨਾਲ ਦੇਖੋ ਕਿ ਅਸਲੀ ਦੁੱਖਾਂ ਦੇ ਵਿੱਚ ਦੀ ਕੌਣ ਗੁਜ਼ਰਦਾ ਪਿਆ। ਇੱਕ ਇਨਸਾਨ ਆ ਜਿਹੜੇ ਪੁਰਾਣੇ ਤਰੀਕਿਆਂ ਦੇ ਵਿੱਚ, ਪੁਰਾਣੀਆਂ ਚੀਜ਼ਾਂ ਦੇ ਵਿੱਚ ਫਸਿਆ ਪਿਆ, ਪੁਰਾਣਿਆਂ ਲੋਕਾਂ ਦੇ ਵਿੱਚ ਫਸਿਆ ਪਿਆ, ਪੁਰਾਣੇ ਢੰਗ ਤਰੀਕਿਆਂ ਦੇ ਨਾਲ ਜਕੜਿਆ ਪਿਆ, और अपने ही भरा दे पत्थर मरवा रहा। एक पुराने नियम दे विच उसने अपनी सारी हैसियत जकड़ी पई उसकी। और सब तो पहला तो वह अंदर ਜਿਹੜੇ ਉਸਦੇ ਅੰਦਰ ਦੀ ਅੱਗ ਲੱਗੀ ਹੋਆ, ਉਹ ਉਸ ਨੂੰ ਦੇਖ ਕੇ ਆਪਣੇ ਆਪ 'ਚ ਹੀ ਉਹ ਮੱਚਦਾ ਪਿਆ, ਕਿਸੇ ਦਾ ਕੁਛ ਨਹੀਂ ਜਾਂਦਾ ਪਿਆ, ਉਹ ਆਪਣੇ ਆਪ 'ਚ ਹੀ ਮੱਚਦਾ ਪਿਆ ਸਾਊਲ। ਫਿਰ ਸਾਊਲ ਆਪਣੇ ਉਹ ਚਿੱਠੀਆਂ ਲੈ ਕੇ ਉਸਨੇ ਇੰਨਾ ਹੰਗਾਮਾ ਮਚਾਇਆ ਕਿ ਉਸਨੇ ਪ੍ਰਭੂ ਦੇ ਸਾਰੇ ਲੋਕ ਯਰੂਸ਼ਲਮ ਦੇ ਵਿੱਚੋਂ ਕੱਢ ਦਿੱਤੇ। ਔਰ ਫਿਰ ਉਹ ਉਸੇ ਹੰਗਾਮੇ ਦੀ ਅੱਗ ਦੇ ਵਿੱਚ ਆਪਣੇ ਪੁਰਾਣੇ ਵਿਚਾਰਾਂ ਦੀ ਅੱਗ ਦੇ ਵਿੱਚ ਚਿੱਠੀਆਂ ਲੈ ਕੇ ਦਮਿਸ਼ਕ ਨੂੰ ਜਾ ਰਿਹਾ। रस्ते विच उसनूं प्रभु मिलिया और प्रभु ने उसनूं अपना दर्शन दिता। अन्ना हो गया, 3 दिन ना कुछ खाधा ना कुछ पीता। कौन दुख दे विच दी गुजरदा पिया? उस दियां अखां कदी ठीक नहीं हुईयां। उस दियां अखां उस तो बाद कदी ठीक नहीं हुईयां। सिर्फ इन्नियां कुछ दियां अखां ठीक हुईयां कि थोड़ा बहुता देख सकदा सी, चल फिर सकदा सी। इस तो ज़्यादा उस दियां अखां ठीक नहीं हुईयां। जद भी वो लिखदा सी तां बड़े बड़े अखरां दे विच ओह लिखदा हुंदा सी ताकि लोग कह सकण कि आ संत पौल ने सानूं लिख के घल्लिया। नवें पन दे रस्ते दे विच कदी कोई खड़ा नहीं हो सकिया और ना कदी कोई खड़ा हो सकेगा। असली दुख दे विच दी जो गुजर रहा सी इंसान, वो संत पौल गुजरदा पिया सीगा, जिसदा नाम उस वेले साउल सी। लेकिन स्टिफनस दी दुआ नूं सुन के प्रभु ने उस इंसान नूं एक नवां जन्म दिता। God gave him a new birth. और उसने उसनूं अपना दर्शन दे के अपनी हजूरी दे विच लैके आउंदा और उसनूं अपने वचन दे नाल भरिया। प्रभु दा जेड़ा ये वचन असी देखण जा रहे हैं, याद रखो ये प्रभु दा वचन आ। दाऊद जिस वेले असी अज जबूर 119 पढ़िया सी, दाऊद जिस वेले कह रहा कि उसने, अगर तुसी पहले पन्ने ते देखो और मेरे नाल साम 119 उस दी 97 वर्स तो देखो, थोड़ियां जियां आयतां देखो और बड़े ध्यान दे नाल देखो इसनूं। और इन्हां नूं ही असीं 2-3 चीज़ां दे विच खुलदा देखांगे और फिर असीं देखांगे कि जिहड़ियां पुस्तकां असीं साल दियां और संत पौल दियां असीं देखण जा रहे हां, वो संत पौल दियां पुस्तकां नहीं, वो प्रभु दियां दित्तियां होईयां एक खास जगह ते प्रभु ने उसनूं बुला के वो पुस्तकां दित्तियां जो अज साडे कोल आ।
ਜਿਨ੍ਹਾਂ ਨੂੰ ਅਸੀਂ ਪ੍ਰਭੂ ਦਾ ਵਚਨ ਕਹਿੰਦੇ ਆ। ਉਸ ਬੰਦੇ ਨੂੰ ਆਹ ਹਿੱਸਾ ਪਤਾ ਸੀ। ਔਰ ਆਓ ਪਹਿਲਾਂ ਇਸ ਨੂੰ ਦੇਖੀਏ, ਆਓ ਥੋੜੀ ਜਿਹੀ ਗਰਾਊਂਡ ਬਣਾਈਏ ਔਰ ਫਿਰ ਦੇਖਾਂਗੇ। ਹੇ ਪ੍ਰਭੂ, ਮੈਨੂੰ ਤੇਰੀ ਵਿਵਸਥਾ ਦੇ ਨਾਲ ਪਿਆਰ ਹੈ। ਸਾਰਾ ਦਿਨ ਮੈਂ ਇਸੇ ਤੇ ਧਿਆਨ ਕਰਦਾ ਹਾਂ। ਤੇਰੇ ਹੁਕਮ ਹਮੇਸ਼ਾ ਮੇਰੇ ਨਾਲ ਰਹਿ ਕੇ ਮੈਨੂੰ ਮੇਰੇ ਵੈਰੀਆਂ ਤੋਂ ਨਾਲੋਂ ਅਧਿਕ ਬੁੱਧੀਮਾਨ ਬਣਾਉਂਦੇ ਹਨ। ਮੈਂ ਉਹਨਾਂ ਨੂੰ, ਸਭ ਤੋਂ ਪਹਿਲੀ ਚੀਜ਼ ਨੰਬਰ 1, ਮੈਂ ਉਹਨਾਂ ਨੂੰ ਆਪਣੇ ਸਿੱਖਕਾਂ ਨਾਲੋਂ ਵੀ ਅਧਿਕ ਸਮਝਦਾ ਹਾਂ, ਕਿਉਂਕਿ ਤੇਰੀਆਂ ਸਾਖੀਆਂ ਹੀ ਮੇਰੇ ਮੰਨਣ ਦਾ ਆਧਾਰ ਹਨ। ਮੈਂ ਉਹਨਾਂ ਨੂੰ ਬਜ਼ੁਰਗਾਂ ਤੋਂ ਵੀ ਅਧਿਕ ਸਮਝਦਾ ਹਾਂ, ਕਿਉਂਕਿ ਮੈਂ ਤੇਰੀਆਂ ਸਿੱਖਿਆਵਾਂ ਨੂੰ ਮੰਨਦਾ ਹਾਂ। ਦੋ ਚੀਜ਼ਾਂ। ਪ੍ਰਭੂ ਦਾ ਸ਼ਬਦ is beyond that। ਪ੍ਰਭੂ ਦਾ ਜਿਹੜਾ ਸ਼ਬਦ ਆ ਉਹ ਪ੍ਰਭੂ ਦਾ ਹੀ ਸ਼ਬਦ ਹੈ। ਜਿਸ ਲਈ ਅਸੀਂ 1290 ਪੰਨਾ ਗੁਰੂ ਗ੍ਰੰਥ ਸਾਹਿਬ ਦਾ ਵੀ ਪੜ੍ਹਦੇ ਹਾਂ, ਤੇ ਜਿਹੜਾ ਉਹਨਾਂ ਨੇ ਸਤਿਗੁਰੂ ਦੇ ਸ਼ਬਦ ਦੀ ਗੱਲ ਕੀਤੀ। ਇੱਕ ਗੁਰੂ ਹੁੰਦਾ ਜੋ ਦੁਨਿਆਵੀ ਹੁੰਦਾ, ਇੱਕ ਸਤਿਗੁਰੂ ਜਿਹੜਾ ਸ਼ਬਦ ਪਰਮੇਸ਼ਰ ਦੇ ਲਈ ਵਰਤਿਆ ਜਾਂਦਾ। ਸਤਿਗੁਰ ਦੇ ਸ਼ਬਦ ਲਈ ਉਹ ਕਹਿੰਦਾ ਸਤਿਗੁਰ ਕਾ ਸ਼ਬਦ ਰਤਨ ਹੈ, ਕਰ ਚਾਨਣ ਆਪ ਦਿਖਾਇਆ, ਆਪਣਾ ਆਪ ਪਛਾਣਿਆ, ਗੁਰਮਤਿ ਸੱਚ ਸਮਾਇਆ, ਆਵਾ ਗੌਣ ਬਜ਼ਾਰੀਏ, ਬਾਜ਼ਾਰ ਜਿਨ ਰਚਾਇਆ। ਗੁਰ ਦਾਤਾ ਗੁਰ ਹੈਵੈ ਘਰ, ਗੁਰ ਦੀਪਕ ਤਹਿ ਲੋਏ, ਅਮਰ ਪਦਾਰਥ ਨਾਨਕਾ, ਮਨ ਮੰਨਿਆ ਸੁਖ ਹੋਏ। ਜਿਹੜਾ ਉਸ ਦਾ ਸ਼ਬਦ ਆ ਉਹ ਰਤਨ ਆ, ਮੋਤੀ ਆ। ਉਸ ਤੋਂ ਉੱਤਮ ਹੋਰ ਕੁਛ ਨਹੀਂ। ਉਸ ਤੋਂ ਉੱਤਮ ਪਦਾਰਥ ਕੁਛ ਨਹੀਂ। ਸਿਰਫ ਉਸੇ ਹੀ ਉਪਦੇਸ਼ ਦੇ ਨਾਲ ਇਨਸਾਨ ਆਪਣੇ ਆਪ ਨੂੰ ਪਹਿਚਾਨ ਸਕਦਾ ਕਿ ਮੈਂ ਕੌਣ। ਔਰ ਉਹੀ ਹੈ ਜੋ ਦੁਨਿਆਵੀ ਵਿਖਾਵਿਆਂ ਤੋਂ ਇਨਸਾਨ ਨੂੰ ਦੂਰ ਕਰਦਾ। ਇਨਸਾਨ ਨੂੰ ਉਹ ਇੱਕ ਠੰਡ ਦਿੰਦਾ, ਇੱਕ ਉਹ ਇਨਸਾਨ ਨੂੰ ਤਿੰਨਾਂ ਜਹਾਨਾਂ ਦਾ ਚਾਨਣ ਦਿੰਦਾ। ਉਸ ਦਾ ਸ਼ਬਦ ਇਨਸਾਨ ਨੂੰ ਪਵਿੱਤਰ ਕਰਦਾ, ਨਵਾਂਪਨ ਦਿੰਦਾ। ਇਹ ਸ਼ਬਦ ਸਾਨੂੰ ਸਭ ਤੋਂ ਪਹਿਲਾਂ ਮੂਸਾ ਦੇ ਰਾਹੀਂ ਮਿਲਿਆ। ਮੇਰੇ ਨਾਲ ਅਗਰ ਤੁਸੀਂ ਪ੍ਰਭੂ ਦੇ ਵਚਨ ਦੇ ਵਿੱਚੋਂ ਦੇਖੋਗੇ ਤਾਂ ਪ੍ਰਭੂ ਨੇ ਇਹ ਵਚਨ ਦੇਣ ਦੇ ਲਈ ਆਪਣਿਆਂ ਲੋਕਾਂ ਨੂੰ ਵੱਖ-ਵੱਖ ਸਮੇਂ ਤੇ ਚੁਣਿਆ। ਔਰ ਉਸਨੇ ਇਨਸਾਨ ਨੂੰ ਚੁਣਿਆ ਔਰ ਆਪਣੇ ਲਾਗੇ ਆ ਲੈਣ ਦਿੱਤਾ। ਜੌਨ ਚੈਪਟਰ 6 verse 34, ਜਿਸ ਲਈ ਅਸੀਂ ਯਹੂਨਾ ਦਾ 6ਵਾਂ ਭਾਵ ਉਸ ਦੀ 34 ਆਇਤ ਤੋਂ ਦੇਖਦੇ ਹਾਂ। ਤੇ ਪ੍ਰਭੂ ਦਾ ਬਚਨ ਕਹਿੰਦਾ ਕਿ ਪਰਮੇਸ਼ਰ ਦੀ ਰੋਟੀ ਉਹ ਹੈ ਜੋ ਸਵਰਗ ਤੋਂ ਉਤਰ ਕੇ ਇਨਸਾਨ ਨੂੰ ਜੀਵਨ ਦਿੰਦਾ ਹੈ। ਉਹਨਾਂ ਨੇ ਯਿਸੂ ਨੂੰ ਕਿਹਾ, ਸ਼੍ਰੀਮਾਨ ਜੀ, ਇਹ ਰੋਟੀ ਸਾਨੂੰ ਨਿਤ ਦਿਆ ਕਰੋ। ਯਿਸੂ ਨੇ ਕਿਹਾ, ਜੀਵਨ ਦੀ ਰੋਟੀ ਮੈਂ ਹਾਂ। ਜੋ ਕੋਈ ਮੇਰੇ ਕੋਲ ਆਉਂਦਾ ਹੈ ਕਦੀ ਭੁੱਖਾ ਨਾ ਹੋਵੇਗਾ। ਜੋ ਮੇਰੇ ਉੱਤੇ ਵਿਸ਼ਵਾਸ ਕਰਦਾ ਹੈ ਉਹ ਕਦੀ ਧਿਆਇਆ ਨਾ ਹੋਵੇਗਾ। ਪਰ ਮੈਂ ਤੁਹਾਨੂੰ ਦੱਸ ਚੁੱਕਾ ਹਾਂ, ਤੁਸੀਂ ਮੈਨੂੰ ਦੇਖ ਵੀ ਲਿਆ ਹੈ, ਫਿਰ ਵੀ ਤੁਸੀਂ ਮੇਰੇ ਉੱਤੇ ਵਿਸ਼ਵਾਸ ਨਹੀਂ ਕਰਦੇ। ਉਹ ਹਰ ਕੋਈ ਜਿਸ ਨੂੰ ਮੇਰਾ ਪਿਤਾ ਮੈਨੂੰ ਦਿੰਦਾ ਹੈ ਮੇਰੇ ਕੋਲ ਆਵੇਗਾ, ਅਤੇ ਜੋ ਮੇਰੇ ਕੋਲ ਆਵੇਗਾ ਮੈਂ ਉਸ ਨੂੰ ਕਦੀ ਵਾਪਸ ਨਹੀਂ ਘੱਲਾਂਗਾ, ਕਿਉਂਕਿ ਮੈਂ ਆਪਣੀ ਨਹੀਂ ਸਗੋਂ ਆਪਣੇ ਘੱਲਣ ਵਾਲੇ ਦੀ ਮਰਜ਼ੀ ਪੂਰੀ ਕਰਨ ਆਇਆ ਹਾਂ। ਜਿਸ ਨੇ ਮੈਨੂੰ ਘੱਲਿਆ ਹੈ ਉਸ ਦੀ ਮਰਜ਼ੀ ਇਹ ਹੈ ਕਿ ਮੈਂ ਉਹਨਾਂ ਸਾਰਿਆਂ ਵਿੱਚੋਂ ਕਿਸੇ ਨੂੰ ਨਾ ਗਵਾਵਾਂ ਜਿਨ੍ਹਾਂ ਨੂੰ ਉਸਨੇ ਮੈਨੂੰ ਦਿੱਤਾ ਹੈ, ਫਿਰ ਜਿੰਦਾ ਕਰਾਂ। ਮੇਰੇ ਪਿਤਾ ਦੀ ਮਰਜ਼ੀ ਇਹ ਹੈ ਕਿ ਹਰ ਕੋਈ ਜੋ ਪੁੱਤਰ ਨੂੰ ਦੇਖਦਾ ਹੈ
ਅਤੇ ਉਸ ਉੱਤੇ ਵਿਸ਼ਵਾਸ ਕਰਦਾ ਹੈ ਅਨੰਤ ਜੀਵਨ ਪਾਵੇ ਅਤੇ ਅੰਤਮ ਦਿਨ ਮੈਂ ਉਸ ਨੂੰ ਫਿਰ ਜਿੰਦਾ ਕਰਾਂਗਾ। ਯਹੂਦੀ ਇਸ ਤੋਂ ਬੁੜਬੁੜਾਉਣ ਲੱਗ ਪਏ ਕਿਉਂਕਿ ਉਸਨੇ ਕਿਹਾ ਸੀ ਮੈਂ ਸਵਰਗ ਤੋਂ ਉਤਰੀ ਰੋਟੀ ਹਾਂ। ਵਚਨ 'ਚ ਦੇਖੋ, ਉਹ ਆਪੋ ਵਿੱਚ ਕਹਿਣ ਲੱਗੇ ਕਿ ਇਹ ਯੂਸੁਫ ਦਾ ਪੁੱਤਰ ਯਿਸੂ ਨਹੀਂ ਹੈ, ਕਿ ਅਸੀਂ ਇਸ ਦੇ ਮਾਤਾ ਪਿਤਾ ਨੂੰ ਨਹੀਂ ਜਾਣਦੇ, ਫਿਰ ਇਹ ਹੁਣ ਕਿਸ ਤਰ੍ਹਾਂ ਕਹਿ ਰਿਹਾ ਹੈ ਕਿ ਮੈਂ ਸਵਰਗ ਤੋਂ ਉਤਰਿਆ ਹਾਂ। ਯਿਸੂ ਨੇ ਉਹਨਾਂ ਨੂੰ ਕਿਹਾ ਆਪੋ ਵਿੱਚ ਨਾ ਬੜਬੜਾਓ, ਮੇਰੇ ਕੋਲ ਕੋਈ ਨਹੀਂ ਆ ਸਕਦਾ ਜਦੋਂ ਤੱਕ ਕਿ ਪਿਤਾ ਜਿਸਨੇ ਮੈਨੂੰ ਘੱਲਿਆ ਹੈ ਉਸ ਨੂੰ ਮੇਰੇ ਵੱਲ ਆਉਣ ਦੇ ਲਈ ਪ੍ਰੇਰਿਤ ਨਾ ਕਰੇ। ਔਰ ਉਸ ਨੂੰ ਅੰਤਮ ਦਿਨ ਮੈਂ ਫਿਰ ਜਿੰਦਾ ਕਰਾਂਗਾ। ਅੱਗੇ ਦੇਖੋ ਧਿਆਨ ਦੇ ਨਾਲ, ਨਬੀਆਂ ਦੀਆਂ ਪੁਸਤਕਾਂ ਦੇ ਵਿੱਚ ਲਿਖਿਆ ਹੈ ਪਰਮੇਸ਼ਰ ਉਹਨਾਂ ਸਾਰਿਆਂ ਨੂੰ ਸਿਖਾਏਗਾ, ਉਹ ਸਾਰੇ ਜੋ ਪਿਤਾ ਦੀ ਸੁਣ ਕੇ ਪਿਤਾ ਦੀ ਸੁਣ ਕੇ ਅਤੇ ਉਸ ਕੋਲੋਂ ਸਿੱਖਦੇ ਹਨ ਉਹ ਮੇਰੇ ਕੋਲ ਆਉਣਗੇ। ਇਸ ਦਾ ਅਰਥ ਇਹ ਨਹੀਂ ਹੈ ਕਿ ਉਹਨਾਂ ਵਿੱਚੋਂ ਕਿਸੇ ਨੂੰ ਪਿਤਾ ਨੇ ਨਹੀਂ ਦੇਖਿਆ ਹੈ, ਕੇਵਲ ਉਸ ਨੇ ਜੋ ਪਿਤਾ ਦੇ ਵੱਲੋਂ ਹੈ ਪਿਤਾ ਨੂੰ ਦੇਖਿਆ ਹੈ। ਮੈਂ ਤੁਹਾਨੂੰ ਸੱਚ ਸੱਚ ਕਹਿੰਦਾ ਹਾਂ, ਉਹ ਜੋ ਵਿਸ਼ਵਾਸ ਕਰਦਾ ਹੈ ਅਨੰਤ ਜੀਵਨ ਉਸ ਦਾ ਹੈ। ਮੈਂ ਜੀਵਨ ਦੀ ਰੋਟੀ ਹਾਂ, ਪ੍ਰਭੂ ਕਹਿੰਦਾ ਮੈਂ ਜੀਵਨ ਦੀ ਰੋਟੀ ਹਾਂ। ਤੁਹਾਡੇ ਪੁਰਖਿਆਂ ਨੇ ਉਜਾੜ ਦੇ ਵਿੱਚ ਮੰਨਾ ਖਾਧਾ ਪਰ ਉਹ ਮਰ ਗਏ। ਇਹ ਰੋਟੀ ਹੈ ਜੋ ਸਵਰਗ ਤੋਂ ਉਤਰੀ ਹੈ, ਜੋ ਇਸ ਨੂੰ ਖਾਵੇਗਾ ਉਹ ਮਰੇਗਾ ਨਹੀਂ। ਮੈਂ ਜੀਵਨ ਦੀ ਰੋਟੀ ਹਾਂ ਜੋ ਸਵਰਗ ਤੋਂ ਉਤਰੀ ਹੈ। ਜੇਕਰ ਕੋਈ ਇਸ ਰੋਟੀ ਵਿੱਚੋਂ ਖਾਵੇਗਾ ਤਾਂ ਉਹ ਅਨੰਤ ਕਾਲ ਤੱਕ ਜਿਉਂਦਾ ਰਹੇਗਾ। ਜੋ ਰੋਟੀ ਮੈਂ ਉਸ ਨੂੰ ਦੇਵਾਂਗਾ ਉਹ ਮੇਰਾ ਆਪਣਾ ਸਰੀਰ ਹੈ ਜੋ ਮੈਂ ਦਿੰਦਾ ਹਾਂ ਕਿ ਸੰਸਾਰ ਨੂੰ ਜੀਵਨ ਮਿਲੇ। ਜਦ ਵੀ ਪ੍ਰਭੂ ਨੇ ਆਪਣਾ ਵਚਨ ਆਪਣਿਆਂ ਲੋਕਾਂ ਨੂੰ ਦਿੱਤਾ, ਜਿਸ ਤਰ੍ਹਾਂ ਅਗਲੇ ਹਿੱਸੇ ਦੇ ਵਿੱਚ ਦੇਖਾਂਗੇ ਕਿ ਸਾਨੂੰ ਇਹ ਵਚਨ ਪਹਿਲਾਂ ਮੂਸਾ ਦੇ ਰਾਹੀਂ ਮਿਲਿਆ। ਐਕਸੋਡਸ ਚੈਪਟਰ 19, ਇਹ ਰੋਟੀ ਦਾ ਟੁਕੜਾ ਸਾਨੂੰ ਪਹਿਲਾਂ ਮੂਸਾ ਦੇ ਰਾਹੀਂ ਮਿਲਿਆ। ਪ੍ਰਭੂ ਨੇ ਆਪਣਿਆਂ ਲੋਕਾਂ ਨੂੰ ਸੱਦਿਆ, ਆਪਣੇ ਲੋਕ ਕੋਲ ਆ ਲੈਣ ਦਿੱਤਾ, ਫਿਰ ਉਸਨੇ ਆਪਣਾ ਵਚਨ ਦਿੱਤਾ। ਉਹ ਵਚਨ ਫਿਰ ਸਾਡੇ ਕੋਲ ਆਇਆ ਜੋ ਸਾਡੀ ਜੀਵਨ ਦੀ ਰੋਟੀ ਬਣਿਆ। ਇਹ ਸਾਡਾ ਆਪਣਾ ਅਧੂਰਾਪਨ ਹੈ ਕਿ ਅਸੀਂ ਹਮੇਸ਼ਾ ਇਨਸਾਨ ਦੇ ਉੱਤੇ ਆਪਣੇ ਆਪ ਨੂੰ ਰੱਖ ਲੈਂਦੇ ਹਾਂ। ਸਾਡੀ ਕਮਜ਼ੋਰੀ ਆ ਇਹ। ਔਰ ਇਹ ਕਮਜ਼ੋਰੀ ਸ਼ੁਰੂ ਕਿੱਥੋਂ ਹੋਈ? ਦੇਖੋ ਧਿਆਨ ਦੇ ਨਾਲ, ਇਹ ਮੈਂ 19ਵੇਂ ਭਾਵ ਦੀ 16ਵੀਂ ਆਇਤ ਤੋਂ ਲੱਗਾ। ਐਕਸੋਡਸ ਕੂਚ ਦੀ ਪੁਸਤਕ 2। ਸੋ ਠੀਕ ਤੀਜੇ ਦਿਨ ਵੱਡੀ ਗਰਜਣ ਦੀ ਆਵਾਜ਼ ਹੋਈ। ਇਸ ਤੋਂ ਪਹਿਲਾਂ ਪ੍ਰਭੂ ਨੇ ਮੂਸਾ ਨੂੰ ਕਿਹਾ ਕਿ ਆਪਣਿਆਂ ਲੋਕਾਂ ਨੂੰ ਲਿਆ, ਆਪਣਿਆਂ ਲੋਕਾਂ ਨੂੰ ਲਿਆ, ਉਹਨਾਂ ਨੂੰ ਮਾਊਂਟ ਸਾਇਨਾਈ ਦੇ ਉੱਤੇ ਇਕੱਠਾ ਕਰ, ਮੇਰੇ ਪਹਾੜ ਦੇ ਉੱਤੇ ਉਹਨਾਂ ਨੂੰ ਇਕੱਠਾ ਕਰ, ਮੈਂ ਉਹਨਾਂ ਨੂੰ ਆਪਣਾ ਵਚਨ ਦਊਂਗਾ, ਮੈਂ ਉਹਨਾਂ ਨੂੰ ਆਪਣੀਆਂ ਵਿਧੀਆਂ ਦਊਂਗਾ, ਮੈਂ ਉਹਨਾਂ ਨੂੰ ਇਸ ਦੁਨੀਆ ਦੇ ਵਿੱਚ ਔਰ ਮੇਰੇ ਨਾਲ ਕਿਵੇਂ ਜੀਣਾ ਚਾਹੀਦਾ, ਮੈਂ ਸਭ ਕੁਝ ਉਹਨਾਂ ਨੂੰ ਸਿਖਾਊਂਗਾ। ਸੋ ਉਹਨਾਂ ਨੇ, ਮੂਸਾ ਨੇ ਕਿਹਾ ਕਿ ਸਾਨੂੰ ਪ੍ਰਭੂ ਨੇ ਬੁਲਾਇਆ, ਆਓ ਚੱਲੀਏ। 3 ਦਿਨ ਤੱਕ ਉਹਨਾਂ ਨੇ ਸ਼ੁੱਧੀਕਰਨ ਕੀਤਾ, ਜੋ ਕੁਛ ਉਸਨੇ ਦੱਸਿਆ ਸੀ, ਆਪਣੇ ਆਪ ਨੂੰ ਸਾਫ਼ ਕੀਤਾ, ਆਪਣੇ ਆਪ ਨੂੰ ਸ਼ੁੱਧ ਕਰਕੇ ਹੁਣ ਉਹ ਸਾਰੇ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਜਾ ਕੇ ਬੈਠ ਗਏ ਆ। ਔਰ ਵਚਨ ਇੱਥੋਂ ਸ਼ੁਰੂ ਹੁੰਦਾ, ਸੋ ਠੀਕ ਤੀਜੇ ਦਿਨ ਵੱਡੀ ਗਰਜਣ ਦੀ ਆਵਾਜ਼ ਹੋਈ, ਜਿਸ ਦੇ ਨਾਲ ਹੀ ਬਿਜਲੀਆਂ ਚਮਕੀਆਂ, ਪਹਾੜ ਤੇ ਕਾਲਾ ਬੱਦਲ ਛਾ ਗਿਆ, ਔਰ ਉੱਥੋਂ ਇੱਕ ਤੇਜ਼ ਬਿਗਲ ਦੀ ਆਵਾਜ਼ ਆਈ, ਜਿਸ ਨੂੰ ਸੁਣ ਕੇ ਡੇਰਿਆਂ ਵਿੱਚ ਲੋਕ ਕੰਬ ਉੱਠੇ। ਫਿਰ ਮੂਸਾ ਨੇ ਲੋਕਾਂ ਨੂੰ ਡੇਰਿਆਂ ਵਿੱਚੋਂ ਬਾਹਰ ਆਉਣ ਦੇ ਲਈ ਕਿਹਾ। ਸੋ ਉਹ ਆ ਕੇ ਪਹਾੜ ਦੇ ਕੋਲ ਬਣੀਆਂ ਹੱਦਾਂ ਤੋਂ ਬਾਹਰ ਖੜੇ ਹੋ ਗਏ। ਪਹਾੜ ਤੋਂ ਧੂੰਆਂ ਉੱਠ ਰਿਹਾ ਸੀ, ਕਿਉਂਕਿ ਪ੍ਰਭੂ ਉੱਥੇ ਅੱਗ ਦੇ ਵਿੱਚ ਹੋ ਕੇ ਉਤਰਿਆ ਸੀ। ਉੱਥੋਂ ਧੂੰਆਂ ਵੱਡੀ ਭੱਠੀ ਦੇ ਧੂਏ ਦੇ ਵਾਂਗ ਉੱਠ ਰਿਹਾ ਸੀ। ਸਾਰਾ ਪਹਾੜ ਕੰਬ ਰਿਹਾ ਸੀ। ਬਿਗਲ ਦੀ ਆਵਾਜ਼ ਤੇਜ਼ ਹੁੰਦੀ ਜਾ ਰਹੀ ਸੀ। ਇਸ ਦੇ ਨਾਲ ਮੂਸਾ ਨੇ
ਪਰਮੇਸ਼ਰ ਦੇ ਨਾਲ ਗੱਲ ਕੀਤੀ, ਜਿਸ ਦਾ ਉਸਨੇ ਉੱਤਰ ਦਿੱਤਾ। ਤਦ ਪ੍ਰਭੂ ਸੀਨੇ ਪਹਾੜ ਦੀ ਚੋਟੀ ਤੋਂ ਉਤਰ ਕੇ ਆਇਆ ਸੀ ਅਤੇ ਉਸਨੇ ਮੂਸਾ ਨੂੰ ਪਹਾੜ ਤੇ ਆਉਣ ਦੇ ਲਈ ਕਿਹਾ। ਪ੍ਰਭੂ ਨੇ ਮੂਸਾ ਨੂੰ ਕਿਹਾ, ਜਾ ਕੇ ਲੋਕਾਂ ਨੂੰ ਚੇਤਾਵਨੀ ਦੇ, ਕਿਤੇ ਉਹ ਹੱਦ ਪਾਰ ਕਰਕੇ ਅੱਗੇ ਮੈਨੂੰ ਦੇਖਣ ਨਾ ਆਉਣ। ਇਹ ਹੋਣ ਤੇ ਬਹੁਤ ਸਾਰੇ ਮੌਤ ਦੇ ਮੂੰਹ ਦੇ ਵਿੱਚ ਜਾ ਸਕਦੇ ਹਨ। ਪੁਰੋਹਿਤ ਵੀ ਸ਼ੁੱਧ ਹੋ ਕੇ ਪ੍ਰਭੂ ਦੇ ਨੇੜੇ ਆਉਣ, ਨਹੀਂ ਤਾਂ ਉਹਨਾਂ ਦਾ ਵੀ ਨਾਸ਼ ਹੋ ਸਕਦਾ ਹੈ। ਮੂਸਾ ਨੇ ਪ੍ਰਭੂ ਨੂੰ ਉੱਤਰ ਦਿੱਤਾ, ਨਹੀਂ ਪ੍ਰਭੂ ਜੀ, ਲੋਕ ਪਹਾੜ ਤੇ ਨਹੀਂ ਆ ਸਕਦੇ, ਕਿਉਂਕਿ ਅਸੀਂ ਤੁਹਾਡੀ ਆਗਿਆ ਅਨੁਸਾਰ ਪਹਾੜ ਦੇ ਚਾਰੇ ਪਾਸੇ ਹੱਦ ਬੰਨੀ ਹੋਈ ਹੈ। ਤਦ ਪ੍ਰਭੂ ਨੇ ਮੂਸਾ ਨੂੰ ਕਿਹਾ, ਤੂੰ ਜਾ ਕੇ ਹਾਰੂਨ ਨੂੰ ਇੱਥੇ ਲੈ ਆ, ਪਰ ਪੁਰੋਹਿਤ ਆਪਣੇ ਲੋਕ ਹੱਦ ਪਾਰ ਨਾ ਕਰਨ, ਨਹੀਂ ਤਾਂ ਮੈਂ ਉਹਨਾਂ ਨੂੰ ਸਜ਼ਾ ਦੇਵਾਂਗਾ। ਸੋ ਮੂਸਾ ਨੇ ਜਾ ਕੇ ਲੋਕਾਂ ਨੂੰ ਇਹ ਸਭ ਦੱਸਿਆ। ਪਰ ਜਦੋਂ ਲੋਕਾਂ ਨੇ ਗਰਜਣਾ ਸੁਣੀ, ਦਿਸ ਇਜ਼ ਦਾ ਚੈਪਟਰ 20, ਉਸ ਤੋਂ ਬਾਅਦ ਪ੍ਰਭੂ ਨੇ ਆਪਣੀਆਂ ਵਿਧੀਆਂ ਲੋਕਾਂ ਨੂੰ ਦਿੱਤੀਆਂ, 10 ਹੁਕਮ ਦਿੱਤੇ, ਔਰ 18 ਆਇਤਾਂ ਦੇ ਵਿੱਚ ਦੇਖੋ ਹੁਣ ਲੋਕਾਂ ਦਾ ਹਾਲ। ਪਰ ਜਦੋਂ ਲੋਕਾਂ ਨੇ ਗਰਜਣਾ ਸੁਣੀ, ਬਿਜਲੀਆਂ ਚਮਕਦੀਆਂ ਦੇਖੀਆਂ, ਤੇਜ਼ ਬਿਗਲ ਦੀ ਆਵਾਜ਼ ਸੁਣੀ, ਪਹਾੜ ਤੋਂ ਧੂੰਆਂ ਉੱਠਦਾ ਦੇਖਿਆ, ਤਾਂ ਉਹ ਬਹੁਤ ਡਰ ਗਏ ਅਤੇ ਦੂਰ ਜਾ ਕੇ ਖੜੇ ਹੋ ਗਏ। ਉਹਨਾਂ ਨੇ ਮੂਸਾ ਨੂੰ ਕਿਹਾ, ਸਾਡੇ ਨਾਲ ਤੂੰ ਹੀ ਗੱਲਬਾਤ ਕਰ, ਅਸੀਂ ਮਰ ਜਾਵਾਂਗੇ ਜੇਕਰ ਪਰਮੇਸ਼ਰ ਸਾਡੇ ਨਾਲ ਗੱਲ ਕਰੇਗਾ। ਮੂਸਾ ਨੇ ਲੋਕਾਂ ਨੂੰ ਕਿਹਾ, ਪ੍ਰਭੂ ਤੁਸੀਂ ਡਰੋ ਨਾ, ਪ੍ਰਭੂ ਤੁਹਾਨੂੰ ਕੇਵਲ ਪਰਖਣ ਆਇਆ ਹੈ ਕਿ ਤੁਸੀਂ ਹਮੇਸ਼ਾ ਉਸ ਤੋਂ ਡਰੋ, ਪਾਪ ਨਾ ਕਰੋ। ਪਰ ਲੋਕ ਦੂਰ ਹੀ ਖੜੇ ਰਹੇ ਅਤੇ ਮੂਸਾ ਕੁੱਪ ਹਨੇਰੇ ਦੇ ਕੋਲ ਚਲਾ ਗਿਆ ਜਿੱਥੇ ਪਰਮੇਸ਼ਰ ਸੀ। ਮਾਊਂਟ ਸਾਇਨਾਈ ਤੇ ਇਹ ਚੀਜ਼ ਹੋ ਰਹੀ ਆ। ਔਰ ਅਗਰ ਉਸ ਤੋਂ ਬਾਅਦ ਤੁਸੀਂ ਐਕਸੋਡਸ ਦਾ 21, 22, 23, 24, 25, 26, 27, 28 ਅਗਰ ਉਹ ਸਾਰੇ ਚੈਪਟਰ ਤੁਸੀਂ ਪੜ੍ਹਦੇ ਆ ਤਾਂ ਉੱਥੇ ਸਾਰੀਆਂ ਪ੍ਰਭੂ ਉਹਨਾਂ ਨੂੰ ਵਿਧੀਆਂ ਦੇ ਰਿਹਾ, ਜੀਵਨ ਦੀਆਂ ਵਿਧੀਆਂ ਦੇ ਰਿਹਾ। ਇੱਥੇ ਤੱਕ ਕਿ ਇੱਦਾਂ ਦੀਆਂ ਵਿਧੀਆਂ ਪ੍ਰਭੂ ਉਹਨਾਂ ਨੂੰ ਸਿਖਾਉਂਦਾ ਪਿਆ ਕਿ ਜਿਹੜੇ ਲੋਕ ਸਵੇਰੇ ਉੱਠ ਕੇ ਪਖਾਨਾ ਕਰਨ ਤੇ ਉਹਦੇ ਨਾਲ ਉਹ ਕੀ ਕਰਨ, ਟੋਆ ਕੱਢ ਕੇ ਤੇ ਉਹਨੂੰ ਦੱਬ ਦੇਣ। ਇੱਦਾਂ ਦੇ ਮੂਰਖਾਂ ਦੇ ਨਾਲ ਲੋਕ ਪ੍ਰਭੂ ਉੱਥੇ ਉਹਨਾਂ ਨੂੰ ਸਹਿ ਰਿਹਾ, ਨਿੱਕੀਆਂ ਨਿੱਕੀਆਂ ਚੀਜ਼ਾਂ ਦੀਆਂ ਵਿਧੀਆਂ ਉਹਨਾਂ ਨੂੰ ਦੇ ਰਿਹਾ। ਐਂਡ ਦੈਟਸ ਵੇਅਰ ਵੀ ਗਾਟ ਆਵਰ ਓਲਡ ਟੈਸਟਮੈਂਟ। ਜਿਸ ਲਈ ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਜਾਂਦੇ ਹਾਂ, ਇਸੇ ਹੀ ਪਹਾੜ ਦੀ ਚੋਟੀ ਦੇ ਵਿੱਚ ਅਸੀਂ 2 ਹਫ਼ਤੇ ਪਹਿਲਾਂ ਪ੍ਰਭੂ ਦਾ ਵਚਨ ਦੇਖਿਆ ਸੀਗਾ ਔਰ ਇੱਕ ਨਬੀ ਨੂੰ ਦੇਖਿਆ ਸੀਗਾ, ਜਿਹੜਾ ਅੰਦਰੋਂ ਬਾਹਰੋਂ ਜਿਸ ਦਾ ਮਨ ਟੁੱਟ ਚੁੱਕਾ ਸੀ, ਏਲੀਆ ਨਬੀ। ਪ੍ਰਭੂ ਨੇ ਇਸੇ ਹੀ ਪਹਾੜ ਦੇ ਉੱਤੇ ਏਲੀਆ ਨਬੀ ਨੂੰ ਸੱਦਿਆ ਔਰ ਉਸ ਦੇ ਰਾਹੀਂ ਅਸੀਂ ਵਚਨ ਦਾ ਅਗਲਾ ਹਿੱਸਾ ਸਾਡੇ ਕੋਲ ਆਉਣਾ ਸ਼ੁਰੂ ਹੋ ਗਿਆ। ਨਬੀਆਂ ਦਾ ਜਿਹੜੀਆਂ ਪੁਸਤਕਾਂ, ਨਬੀਆਂ ਦੇ ਜਿਹੜੇ ਸਾਨੂੰ ਅੱਗੇ ਹਿੱਸੇ ਮਿਲਦੇ ਪਏ ਆ, ਉਸ ਦੀ ਸ਼ੁਰੂਆਤ ਸਾਨੂੰ ਉੱਥੋਂ ਮਿਲਦੀ ਪਈ ਆ ਔਰ ਉਸ ਦੇ ਰਾਹੀਂ ਇੱਕ ਕੰਟੀਨਿਊਮ ਚੱਲਦਾ ਪਿਆ ਪ੍ਰਭੂ ਦੇ ਅਗਲੇ ਸ਼ਬਦ ਦੇ ਹਿੱਸਿਆਂ ਦਾ। ਲੇਕਿਨ ਜਿਸ ਵੇਲੇ ਅਸੀਂ ਅੱਗੇ ਜਾਂਦੇ ਹਾਂ ਤੇ ਸਾਨੂੰ ਪੌਲੂਸ ਨਬੀ ਦੀ ਪੁਸਤਕ ਤੋਂ ਪਤਾ ਲੱਗਦਾ ਕਿ ਪ੍ਰਭੂ ਨੇ ਸਾਨੂੰ ਨਵਾਂ ਨਿਯਮ ਕਿੱਦਾਂ ਦਿੱਤਾ। ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਜਿਸ ਵੇਲੇ ਵੀ ਅਸੀਂ ਜਿਸ ਵੇਲੇ ਕਾਲਜਾਂ ਦੇ ਵਿੱਚ ਜਾਂਦੇ ਹਾਂ, I have a biblical student sitting back there. Whenever we are studying the Old Testament theology, mostly we are reading the Pentateuch, right? The Torah. And that's where we get all the Old Testament theology. And when they teach us the New Testament theology, mostly we read all the writings of Paul, from the book of Romans to carry on, and that's how we built the New Testament theology. We got some parts from the Gospel, but mostly from writings of Paul, right? ਪ੍ਰਭੂ ਨੇ ਜਿਸ ਵੇਲੇ ਸਾਨੂੰ ਨਵਾਂ ਨਿਯਮ ਦਿੱਤਾ ਤੇ ਸਾਨੂੰ ਉਸੇ ਹੀ ਪਹਾੜ ਤੇ ਦਿੱਤਾ ਜਿਸ ਪਹਾੜ ਤੇ ਸਾਨੂੰ ਉਸਨੇ ਪੁਰਾਣਾ ਨਿਯਮ ਦਿੱਤਾ। ਆਓ ਮੇਰੇ ਨਾਲ ਇਸ ਹਿੱਸੇ ਨੂੰ ਪੜ੍ਹੋ। ਇਸ ਹਿੱਸੇ ਨੂੰ ਅਗਰ ਧਿਆਨ ਦੇ ਨਾਲ ਪੜ੍ਹਾਂਗੇ ਤਾਂ ਇੱਕ ਬਹੁਤ ਵੱਡੇ ਪਾਪ ਤੋਂ ਅਸੀਂ ਬਚ ਜਾਵਾਂਗੇ। ਗਲਤੀਆਂ ਦੀ ਜਿਹੜੀ ਕਿਤਾਬ ਆ, ਇਹ ਸਾਨੂੰ ਬਹੁਤ ਵੱਡਾ ਪਾਪ ਕਰਨ ਤੋਂ ਬਚਾਉਂਦੀ ਆ।
ਗਲਤੀਆਂ ਦੀ ਕਿਤਾਬ ਨੂੰ ਅਗਰ ਇਨਸਾਨ ਪੜ੍ਹ ਕੇ ਔਰ ਇਸ ਨੂੰ ਆਪਣੇ ਜੀਵਨ ਦੇ ਵਿੱਚ ਧਾਰ ਲਵੇ, ਇਸ ਦਾ ਮਨਨ ਕਰਕੇ ਅਗਰ ਇਸ ਦੇ ਪਿੱਛੇ ਚੱਲ ਪਵੇ, ਕਦੀ ਧੋਖਾ ਨਹੀਂ ਖਾ ਸਕਦਾ। ਮਸੀਹੀ ਜ਼ਿੰਦਗੀ 'ਚੋਂ ਕਦੀ ਧੋਖਾ ਨਹੀਂ ਖਾ ਸਕਦਾ। ਇਹ ਸਾਨੂੰ ਧੋਖਿਆਂ ਤੋਂ ਬਚਾਉਣ ਲਈ ਕਿਤਾਬ ਸਭ ਤੋਂ ਪਹਿਲਾਂ ਦਿੱਤੀ ਗਈ, ਕਿਉਂਕਿ ਜਿਸ ਵੇਲੇ ਸਭ ਤੋਂ ਪਹਿਲਾਂ ਜਿਹੜਾ ਇਹ ਗਾਲ ਦਾ ਜਿਹੜਾ ਇਲਾਕਾ ਸੀ, ਅਸੀਂ ਅਗਲੇ ਹਫਤੇ ਅਗਲੇ ਸਮਾਂ ਜਿਸ ਵੇਲੇ ਅਸੀਂ ਵਚਨ ਦੇ ਵਿੱਚੋਂ ਦੇਖਾਂਗੇ ਤਾਂ ਉਹ ਅਸੀਂ ਦੇਖਾਂਗੇ ਐਕਟਸ ਦੇ ਵਿੱਚੋਂ, ਚੇਲਿਆਂ ਦੇ ਕਿਤਾਬ ਦੇ ਵਿੱਚੋਂ ਜਿਹੜੇ ਇਲਾਕੇ ਦੇ ਨੂੰ ਇਹ ਕਿਤਾਬ ਲਿਖੀ ਗਈ ਆ, ਉਹਦੇ ਵਿੱਚੋਂ ਅਸੀਂ ਦੇਖਾਂਗੇ। ਪਰ ਇਹ ਜਿਸ ਇਲਾਕੇ ਦੇ ਲੋਕਾਂ ਨੂੰ ਕਿਤਾਬ ਲਿਖੀ ਗਈ ਆ, ਸੰਤ ਪੌਲ ਨੇ ਪ੍ਰਭੂ ਨੇ ਉਸ ਦੇ ਕੋਲੋਂ ਉਸ ਇਲਾਕੇ ਦੇ ਵਿੱਚ ਮਿਹਨਤ ਕਰਵਾ ਕੇ ਉਹਨਾਂ ਲੋਕਾਂ ਨੂੰ ਤਿਆਰ ਕੀਤਾ, ਔਰ ਬਹੁਤ ਸਾਰੀਆਂ ਚੀਜ਼ਾਂ ਉੱਥੇ ਐਸੀਆਂ ਹੋਣ ਲੱਗ ਪਈਆਂ ਜਿਹੜੀਆਂ ਪ੍ਰਭੂ ਦੇ ਨਵੇਂ ਨਿਯਮ ਦੇ ਅਨੁਸਾਰ ਗਲਤ ਸੀ। ਪੁਰਾਣੇ ਨਿਯਮ ਦੇ ਅਨੁਸਾਰ ਉਹ ਠੀਕ ਸੀ, ਪਰ ਨਵਾਂ ਨਿਯਮ ਜੋ ਇਨਸਾਨ ਨੂੰ ਮੰਦਰ ਤੋਂ ਬਾਹਰ ਰੱਖ ਕੇ ਉਸ ਦੇ ਆਪਣੇ ਸਰੀਰ ਨੂੰ ਮੰਦਰ ਬਣਾ ਕੇ ਉਸ ਦੇ ਵਿੱਚ ਪਵਿੱਤਰ ਆਤਮਾ ਉਸੇ ਤਰੀਕੇ ਦੇ ਨਾਲ ਘੱਲ ਕੇ, ਜਿਸ ਤਰ੍ਹਾਂ ਪ੍ਰਭੂ ਨੇ ਸਭ ਤੋਂ ਪਹਿਲਾਂ ਟੈਬਰਨੈਕਲ ਦੇ ਜਿਸਲੇ ਬਣਿਆ ਉਸ ਦੇ ਉੱਤੇ ਆਪਣਾ ਆਤਮਾ ਘੱਲਿਆ, ਉਹ ਮੰਦਰ ਸੀ ਜਿਹੜਾ ਜਿਸ ਵੇਲੇ ਅਸੀਂ 40ਵਾਂ ਭਾਵ ਦੇਖਦੇ ਹਾਂ। ਫਿਰ ਰਾਜਿਆਂ ਦੀ ਪੋਥੀ ਦੇ ਵਿੱਚ ਜਿਸਲੇ ਸੁਲੇਮਾਨ ਨੇ ਮੰਦਰ ਬਣਾਇਆ ਤਾਂ ਪਰਮੇਸ਼ਵਰ ਨੇ ਉਹ ਪਹਿਲਾਂ ਬਿਲਡਿੰਗ ਹੀ ਸੀ, ਲੇਕਿਨ ਜਿਸਲੇ ਪਰਮੇਸ਼ਵਰ ਨੇ ਆਪਣਾ ਆਤਮਾ ਦੇ ਨਾਲ ਉਸ ਮੰਦਰ ਨੂੰ ਭਰ ਦਿੱਤਾ ਤੇ ਉਹ ਮੰਦਰ ਬਣ ਗਿਆ। ਇਸੇ ਤਰ੍ਹਾਂ ਚੇਲਿਆਂ ਦੇ ਕਰਤੱਵ ਦੇ ਵਿੱਚ ਜਿਸਲੇ ਉਸਨੇ ਇਨਸਾਨ ਨੂੰ, ਬੰਦੇ ਨੂੰ ਜਿਹੜਾ ਪ੍ਰਭੂ ਦੇ ਕੋਲ ਆਇਆ, ਉਸਨੇ ਮੰਦਰ ਕਿਹਾ, ਉਸਨੂੰ ਆਪਣਾ ਟੈਂਪਲ ਕਿਹਾ ਤੇ ਉਸਨੇ ਉਸਨੂੰ ਆਪਣੀ ਆਤਮਾ ਦੇ ਨਾਲ ਭਰ ਕੇ ਇੱਕ ਮੰਦਰ ਬਣਾਇਆ। ਤਾਂ ਪ੍ਰਭੂ ਹੁਣ ਇਹ ਨਹੀਂ ਮੰਗਦਾ ਸੀਗਾ ਕਿ ਇਹ ਮੇਰਾ ਜਿਹੜਾ ਮੰਦਰ ਬਣਿਆ ਉਹ ਪੁਰਾਣੇ ਮੰਦਰਾਂ ਦੇ ਹਿਸਾਬ ਦੇ ਨਾਲ ਚੱਲੇ, ਉਹ ਪੁਰਾਣੀ ਬੁੱਤ ਪ੍ਰਸਤੀ, ਆਦਮ ਪ੍ਰਸਤੀ, ਹੀਰੋ ਪ੍ਰਸਤੀ ਦੇ ਹਿਸਾਬ ਦੇ ਨਾਲ ਚੱਲੇ। ਉਹ ਮੰਗਦਾ ਸੀਗਾ ਕਿ ਮੇਰਾ ਇਨਸਾਨ, ਬਣਾਇਆ ਹੋਇਆ ਇਨਸਾਨ, ਜਿਹੜਾ ਮੇਰਾ ਮੰਦਰ ਆ, ਉਹ ਮੇਰੇ ਤਰੀਕੇ ਦੇ ਨਾਲ, ਮੇਰੀ ਪ੍ਰਸਤਿਸ਼ ਦੇ ਵਿੱਚ ਔਰ ਮੇਰੇ ਰਸਤੇ ਦੇ ਵਿੱਚ ਚੱਲੇ। ਔਰ ਇਸੇ ਹੀ ਕਰਕੇ ਸੰਤ ਪੌਲ ਨੇ ਇਹ ਪੁਸਤਕ ਲਿਖੀ ਆ। ਇਟ ਇਜ਼ ਅ ਵੈਰੀ ਟਫ ਬੁੱਕ। ਸੋ ਆਓ ਅਸੀਂ ਗਲਤੀਆਂ ਦਾ ਪਹਿਲਾ ਭਾਵ ਦੇਖੀਏ, ਜੋ ਗਾਲ ਦੇ ਇਲਾਕੇ ਦੇ ਨੂੰ ਲਿਖਿਆ ਗਿਆ, ਗਲੀਲ ਦੇ ਇਲਾਕੇ ਨੂੰ ਲਿਖਿਆ ਗਿਆ। ਗਲਤੀਆਂ ਕੋਈ ਕਿਸੇ ਪਿੰਡ ਦਾ, ਕਿਸੇ ਸ਼ਹਿਰ ਦਾ ਨਾਮ ਨਹੀਂ ਸੀ। ਇਹ ਇਸ ਤਰ੍ਹਾਂ ਸੀ ਕਿ ਜਿੱਦਾਂ ਸਾਡੇ ਪੰਜਾਬ ਦੇ ਵਿੱਚ ਅਸੀਂ ਕਹਿ ਲਈਏ ਕਿ ਮਾਝਾ, ਦੁਆਬੇ ਦਾ ਇਲਾਕਾ, ਮਾਲਵੇ ਦਾ ਇਲਾਕਾ, ਇਹ ਇਲਾਕਾ ਸੀ। ਔਰ ਉਸ ਇਲਾਕੇ ਦੇ ਵਿੱਚ ਬਹੁਤ ਸਾਰੀਆਂ ਚਰਚਾਂ ਸੀ ਜਿਹੜਾ ਗਲੀਲ ਦਾ ਇਲਾਕਾ ਸੀ। ਗਲੀਲ ਦੇ ਇਲਾਕੇ ਨੂੰ ਜਿਸ ਵੇਲੇ ਸੰਤ ਪੌਲ ਇਹ ਚਿੱਠੀ ਲਿਖਦਾ ਪਿਆ ਤੇ ਉਹਨਾਂ ਨੂੰ ਇਹ ਕਹਿ ਰਿਹਾ, ਔਰ ਧਿਆਨ ਦੇ ਨਾਲ ਤੁਸੀਂ ਦੇਖੋ, ਪੌਲੁਸ ਜੋ ਨਾ ਆਦਮੀਆਂ ਦੇ ਰਾਹੀਂ ਪਰਮੇਸ਼ਵਰ ਦਾ ਸੰਦੇਸ਼ਵਾਹਕ ਠਹਿਰਾਇਆ ਗਿਆ ਹੈ ਅਤੇ ਨਾ ਹੀ ਮਨੁੱਖੀ ਸਾਧਨਾਂ ਦੇ ਰਾਹੀਂ, ਸਗੋਂ ਯਿਸੂ ਮਸੀਹ ਅਤੇ ਉਸ ਦੇ ਪਿਤਾ ਪਰਮੇਸ਼ਵਰ ਜਿਸ ਨੇ ਉਹਨਾਂ ਨੂੰ ਮੁਰਦਿਆਂ ਦੇ ਵਿੱਚੋਂ ਜਿੰਦਾ ਕੀਤਾ ਦੇ ਰਾਹੀਂ ਠਹਿਰਾਇਆ ਗਿਆ ਹੈ। ਕਿਸੇ ਮਨੁੱਖ ਨੇ ਮੈਨੂੰ ਨਹੀਂ ਚੁਣਿਆ, ਮੈਨੂੰ ਪ੍ਰਭੂ ਪਰਮੇਸ਼ਵਰ ਨੇ ਆਪ ਚੁਣਿਆ। ਜਿਸ ਵੇਲੇ ਮੈਂ ਦਮਿਸ਼ਕ ਦੇ ਰਸਤੇ ਦੇ ਵਿੱਚ ਦੀ ਜਾਂਦਾ ਪਿਆ ਸੀ, ਉਸ ਵੇਲੇ ਮੈਨੂੰ ਉਸਨੇ ਦਰਸ਼ਨ ਦੇ ਕੇ ਚੁਣਿਆ ਔਰ ਮੈਨੂੰ ਵੱਖਰਾ ਕੀਤਾ। ਔਰ ਕੀ ਕਹਿ ਰਿਹਾ, ਅਤੇ ਉਹਨਾਂ ਸਭ ਭਰਾਵਾਂ ਦੇ ਵੱਲੋਂ ਜੋ ਮੇਰੇ ਨਾਲ ਹਨ, ਗਲਤੀਆ ਦੀ ਵਿਸ਼ਵਾਸ ਸੰਗਤਾਂ ਨੂੰ ਨਮਸਕਾਰ। ਸਾਡੇ ਪਰਮੇਸ਼ਰ ਪਿਤਾ ਅਤੇ ਪ੍ਰਭੂ ਯਿਸੂ ਮਸੀਹ ਦੇ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਦਾ ਦਾਨ ਮਿਲੇ। ਮਸੀਹ ਨੇ ਸਾਡੇ ਪਰਮੇਸ਼ਰ ਪਿਤਾ ਦੀ ਇੱਛਾ ਅਨੁਸਾਰ ਸਾਨੂੰ ਵਰਤਮਾਨ ਬੁਰੇ ਯੁੱਗ ਤੋਂ ਛੁਟਕਾਰਾ ਦੇਣ ਦੇ ਲਈ ਆਪਣੇ ਆਪ ਨੂੰ ਸਾਡੇ ਪਾਪਾਂ ਦੀ ਖਾਤਰ ਦੇ ਦਿੱਤਾ। ਪਰਮੇਸ਼ਰ ਦੀ ਮਹਿਮਾ ਅਨੰਤ ਕਾਲ ਤੱਕ ਹੋਵੇ, ਆਮੀਨ। ਸੋ ਇਹ ਖਤ ਦੀ ਸ਼ੁਰੂਆਤ। ਮੈਂ ਇਹ ਜਾਣ ਕੇ ਹੈਰਾਨ ਹਾਂ ਕਿ
ਕੁਝ ਹੀ ਸਮੇਂ ਤੁਸੀਂ ਕੁਝ ਹੀ ਸਮੇਂ ਦੇ ਵਿੱਚ ਪਰਮੇਸ਼ਰ ਦੇ ਵੱਲੋਂ ਮੂੰਹ ਮੋੜ ਕੇ, ਜਿਸ ਨੇ ਤੁਹਾਨੂੰ ਮਸੀਹ ਦੀ ਕਿਰਪਾ ਦੇ ਦੁਆਰਾ ਸੱਦਿਆ ਹੈ, ਕਿਸੇ ਦੂਜੇ ਹੀ ਸ਼ੁਭ ਸਮਾਚਾਰ ਵੱਲ ਮੂੰਹ ਮੋੜ ਰਹੇ ਹੋ। ਪਰ ਕੋਈ ਵੀ ਦੂਜਾ ਸ਼ੁਭ ਸਮਾਚਾਰ ਨਹੀਂ ਹੈ। ਹਾਂ, ਕੁਝ ਲੋਕ ਤੁਹਾਨੂੰ ਉਲਝਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਉਹ ਮਸੀਹ ਦੇ ਸ਼ੁਭ ਸਮਾਚਾਰ ਨੂੰ ਬਦਲਣਾ ਚਾਹੁੰਦੇ ਹਨ। ਪਰ ਜੇਕਰ ਸਾਡੇ ਵਿੱਚੋਂ ਵੀ ਕੋਈ ਜਾਂ ਕੋਈ ਸਵਰਗਦੂਤ ਆ ਕੇ ਉਸ ਸ਼ੁਭ ਸਮਾਚਾਰ ਤੋਂ ਫਰਕ ਜੋ ਅਸੀਂ ਤੁਹਾਨੂੰ ਸੁਣਾਇਆ ਸੀ, ਕੋਈ ਦੂਜਾ ਸ਼ੁਭ ਸਮਾਚਾਰ ਸੁਣਾਵੇ ਤਾਂ ਸਰਾਪੀ ਠਹਿਰੇ। ਜਿਸ ਤਰ੍ਹਾਂ ਅਸੀਂ ਪਹਿਲਾਂ ਵੀ ਕਿਹਾ ਹੈ, ਉਸੇ ਤਰ੍ਹਾਂ ਮੈਂ ਫਿਰ ਕਹਿੰਦਾ ਹਾਂ ਕਿ ਜੇਕਰ ਕੋਈ ਉਸ ਸ਼ੁਭ ਸਮਾਚਾਰ ਜੋ ਤੁਸੀਂ ਸਵੀਕਾਰ ਕੀਤਾ ਹੈ ਵੱਖਰਾ ਹੀ ਸ਼ੁਭ ਸਮਾਚਾਰ ਸੁਣਾਏ ਤਾਂ ਉਹ ਸਰਾਪੀ ਠਹਿਰੇ। ਪ੍ਰਭੂ ਆਪਣੇ ਸ਼ੁਭ ਸਮਾਚਾਰ ਦੇ ਨਾਲ ਮਜ਼ਾਕ ਨਹੀਂ ਕਰਨ ਦੇਗਾ। ਅਸੀਂ ਉਸ ਸਮੇਂ ਦੇ ਵਿੱਚ ਜੀ ਰਹੇ ਹਾਂ ਜਿਸ ਸਮੇਂ ਦੇ ਵਿੱਚ ਇਸ ਵੇਲੇ ਲੋਕ ਬਹੁਤ ਸਾਰੇ ਦੌੜ ਭੱਜ ਕਰ ਰਹੇ ਆ ਔਰ ਉਹਨਾਂ ਦੇ ਆਪਣੇ ਹੀ ਮਸਲੇ ਆ ਉਹਨਾਂ ਦੇ ਵਿੱਚ। ਖੁਦਾਵੰਦ ਦੇ ਕਿੰਨੀ ਜ਼ਰੂਰਤ ਆ ਹਿੰਦੁਸਤਾਨ ਦੇ ਵਿੱਚ ਇਸ ਵੇਲੇ ਕਿ ਸਾਡਿਆਂ ਪਿੰਡਾਂ ਤੱਕ ਜਾ ਕੇ ਕੋਈ ਪ੍ਰਭੂ ਦਾ ਸਭ ਸਮਾਚਾਰ ਸੁਣਾਏ। ਕਿੰਨੀ ਅਜੀਬ ਗੱਲ ਆ ਕਿ ਲੋਕ ਕਿ ਪ੍ਰਭੂ ਉਹਨਾਂ ਨੂੰ ਕੈਨੇਡਾ ਨੂੰ ਘੱਲਦਾ ਪਿਆ, ਅਮਰੀਕਾ ਨੂੰ ਘੱਲਦਾ ਪਿਆ, ਜਿੱਥੇ ਸ਼ੁਭ ਸਮਾਚਾਰ ਦੀਆਂ ਲਹਿਰਾਂ ਦੌੜਦੀਆਂ ਪਈਆਂ। ਮੈਨੂੰ ਤਾਂ ਇੱਥੇ ਤੱਕ ਸਮਝ ਨਹੀਂ ਆਉਂਦੀ ਕਿ ਉਹਨਾਂ ਵਿੱਚੋਂ ਕਈ ਕਹਿੰਦੇ ਕਿ ਅਸੀਂ ਝੌਂਪੜੀ ਦੇ ਵਿੱਚ ਰਹਿੰਦੇ ਹਾਂ, ਪਰ ਉਹਨਾਂ ਦੀਆਂ ਟਿਕਟਾਂ ਇੰਨੀਆਂ ਮਹਿੰਗੀਆਂ ਕੌਣ ਪੇ ਕਰਦਾ ਪਿਆ? ਔਰ ਇੱਥੇ ਆ ਕੇ ਉਹਨਾਂ ਦੇ ਕੋਲ ਕੋਈ ਖਾਸ ਹੀ ਗਿਆਨ ਹੁੰਦਾ ਜਿਹੜਾ ਲੋਕਾਂ ਨੂੰ ਦਿੰਦੇ ਆ। ਪ੍ਰਭੂ ਦੇ ਲੋਕ ਬੜੇ ਸੋਹਣੇ ਪ੍ਰਭੂ ਦੇ ਘਰ ਆਉਂਦੇ, ਪ੍ਰਭੂ ਦੇ ਕੰਮਾਂ ਦੇ ਵਿੱਚ ਪੂਰੀ ਤਰ੍ਹਾਂ ਸ਼ਾਮਲ ਹੁੰਦੇ ਆ, ਫਿਰ ਘਰਾਂ 'ਚ ਬਹਿ ਜਾਂਦੇ ਆ, ਨਾ ਇੱਧਰ ਜੋਗੇ ਨਾ ਉੱਧਰ ਜੋਗੇ। ਔਰ ਇਹ ਪਰਮੇਸ਼ਰ ਦੀ ਸਜ਼ਾ ਆ। ਉਹ ਆਪਣੇ ਬੇਟੇ ਇਸ ਟਾਈਮ ਉਸਦਾ ਇਹ ਸ਼ੁਭ ਸਮਾਚਾਰ ਸਿਰਫ ਮਾਊਂਟ ਸਾਇਨਾਈ ਤੋਂ ਸਾਨੂੰ ਨਹੀਂ ਮਿਲਿਆ ਆ, ਇਹ ਸਲੀਬ ਤੋਂ ਮਿਲਿਆ ਆ, ਜਿੱਥੇ ਉਸਦਾ ਪੁੱਤਰ ਸੀ। ਇਸ ਦੇ ਨਾਲ ਉਹ ਖਿਲਵਾੜ ਨਹੀਂ ਕਰਨ ਦੇਗਾ, ਖੇਲਾ ਨਹੀਂ ਖੇਲਣ ਦੇਗਾ। ਬੀ ਵੈਰੀ ਕੇਅਰਫੁਲ। ਇਹ ਜਿਉਂਦੇ ਪਰਮੇਸ਼ਵਰ ਦਾ, ਇਹ ਜਿਉਂਦਾ ਪਰਮੇਸ਼ਵਰ ਆ। ਇਸ ਦੇ ਨਾਲ ਅਸੀਂ ਖਿਲਵਾੜ ਨਹੀਂ ਕਰ ਸਕਦੇ। ਬਚਨ ਅੱਗੇ ਕਹਿੰਦਾ, ਕੀ ਮੈਂ ਆਦਮੀਆਂ ਦੀ ਕਿਰਪਾ ਦ੍ਰਿਸ਼ਟੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਜਾਂ ਪਰਮੇਸ਼ਵਰ ਦੀ? ਜਾਂ ਮੈਂ ਆਦਮੀਆਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ? ਜੇਕਰ ਇਹ ਸੱਚ ਹੈ ਤਾਂ ਫਿਰ ਮੈਂ ਮਸੀਹ ਦਾ ਦਾਸ ਨਹੀਂ। ਔਰ ਪ੍ਰਭੂ ਦੇ ਵਚਨ ਤੇ ਅੱਗੇ ਲਿਖਿਆ, ਕਹਿੰਦਾ, ਭਰਾਵੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ, ਜੋ ਸ਼ੁਭ ਸਮਾਚਾਰ ਮੈਂ ਤੁਹਾਨੂੰ ਸੁਣਾਇਆ ਹੈ ਇਹ ਆਦਮੀਆਂ ਵੱਲੋਂ ਨਹੀਂ ਮਿਲਿਆ ਅਤੇ ਨਾ ਹੀ ਕਿਸੇ ਨੇ ਮੈਨੂੰ ਸਿਖਾਇਆ ਸੀ, ਇਹ ਯਿਸੂ ਮਸੀਹ ਨੇ ਆਪ ਮੇਰੇ ਤੇ ਪ੍ਰਗਟ ਕੀਤਾ ਹੈ। Now, little historical fact there, which is Christ died, rose again, and now he is in heaven. The people who are spreading the good news are his 11 disciples. And then they made another one to fill the gap. I call him filler. ਉਹ ਪ੍ਰਭੂ ਦਾ ਸ਼ਬਦ ਸੁਣਾਉਂਦੇ ਪਏ ਆ। Paul is against them. But he never went to learn from them what they are talking about. He is against everything they are preaching. Where did he learn that then? ਅਗਰ ਅਸੀਂ ਪ੍ਰਭੂ ਦੇ ਵਚਨ ਨੂੰ ਦੇਖੀਏ, ਥੋੜਾ ਜਿਹਾ ਹਿਸਟਰੀ ਇਤਿਹਾਸ ਵੱਲ ਦੇਖੀਏ, ਤੇ ਪ੍ਰਭੂ ਯਿਸੂ ਮਸੀਹ ਆਪਣੇ 12 ਚੇਲਿਆਂ ਦੇ ਨਾਲ ਰਹੇ ਆ
और फिर वो सलीबी मौत सह के तीजे दिन मुर्दियां दे विच जी उठ के परमेश्वर दे संग। एक ने आफाहा लै लिया, 11 बाकी आ, उन्होंने रल मिल के एक 12वां बना लिया। वो प्रभु दे नाम का प्रचार करते पे आ। संत पौल इस वेले साउल उसका नाम सी, उन्होंने कंप्लीट अगेंस्ट सी, एक शब्द भी अपने कन्नां दे विच पैण देना नहीं चाहता सी। यसू का जिहड़ा नाम ही लैंदा सी उसनूं घसीट घसीट के वो मरवाउंदा पिया सी। औरतां नूं बालां तो फड़ के घसीटदा सी जिहड़ियां यसू का नाम लैंदियां सी। उन्हां तो कुछ भी वो सीखण की कोशिश नहीं करता पिया। रस्ते दे विच जिस वेले प्रभु ने उसनूं दर्शन दिता, वो अन्ना हो गया। उस तो बाद उसने बैपटिज्म लिया और ऑल द सडन वो प्रभु दे गुड न्यूज़ का प्रचार करता पिया। किसी ने उसनूं सिक्ख्या नहीं, किसी ने उसनूं सिखाया नहीं। हाउ ही इज डूइंग, नोबडी टॉट हिम। चेले तो डरते पे आ। चेले तो जिसले साउल का नाम सुन लेंदे आ ना तो उन्होंने हत्थां दीयां चिड़ियां उड़ जांदियां। पिओ इत्थे आ किदां गया? उन्हां नाल बैठना 10 मिनट तो वक्खरी गल आ, उन्हूं सिखाउणा तो वक्खरी गल आ। देखो की कह रहा ए यसू मसीह ने, कहंदा भरावो मैं तुहानूं दसना चाहुंदा हां कि जो शुभ समाचार मैं तुहानूं सुणाया सी ये आदमियां वल्लों नहीं है ਅਤੇ ना ही किसी ने मैनू सिखाया सी, ये यसू मसीह ने आप मेरे ते प्रगट किया सी। तुसी मेरे उस जीवन बारे तो सुन चुके हो जदों मैं यहूदी मत नूं मनण वाला सी। तुसी जानदे ही हो कि किस तरह मैं परमेश्वर की संगत नूं बेरहमी दे नाल सताउंदा अते उसका नाश कर रहा सी। मैं अपने साथी यहूदियां नालों अपने धर्म नूं मनण दे विच किते अगे अते अपने पुरखियां दीयां रवायतां नूं पूरा करन दे विच उत्साही सां। पर परमेश्वर ने मैनू मेरे जन्म लैण तो पहला ही वखरा कर लिया सी अते अपनी सेवा दे लई चुन लिया सी। उसे ने मैनू अपनी किरपा दे नाल चुनिया। याद रखो, अगर खुदावन तुहानू किते वरत रहा, शुभ समाचार दे लई लैके जा रहा, इस आयत नू अगर ध्यान दे नाल देखोगे तो बड़े प्रभु दे शुक्रगुजार रहोगे, क्योंकि दिस इज अ गॉड थिंग। ये प्रभु दा एक काम आ कि उसने तुहानू चुनिया और वखरे किता। ये किसे दा काम नहीं, ये प्रभु दा अपना काम आ कि ये किसी इंसान का काम नहीं हुंदा, ये प्रभु का काम हुंदा। अगर वो किसी इंसान नूं भी लैके जा रहा हुंदा किते, तो जिस तरह साडी बिटिया राणी ने अज जोना नबी दे बारे दस्सिया, वो इंसान भावें जाना चाहे ना तां भी प्रभु लैके जाएगा। जोना नबी निनवा नूं जाना चाहुंदा सी? बिल्कुल नहीं जाना चाहता सी। प्रभु उन्होंने फिश एक्सप्रैस दे विच लैके गया। उन्हें अपना काम जे तो करवाना ओ तो ही करवाना। जे सीधी उंगली दे नाल घेर नहीं निकलूगा तो उन्हें टेढ़ी करके कढ़ लेगा। उन्हें उत्तो ही करवाना। एक 1,20,000 आत्मा उत्थे बच गई आ। कि वो नबी खुश आ? एब्सोल्यूटली नॉट। उन्होंने अपनी बेल का रौला रोना पिया, मेरी बेल सुक गई। उस मूर्ख नूं इस चीज की समझ नहीं आ रही कि पत्थर ते बेल उगियू किदां आ। पत्थर दे उत्ते बेल उगियू किदां, उन्होंने इस चीज की समझ नहीं आ रही। बेल दे लई रोंदा पिया, 1,20,000 बंदे दे लई अग मंगदा पिया। कोई बड़ा काम नहीं कि जे कोई इंसान नूं वो प्रभु वरतदा पिया, उस इंसान का कोई बड़ा काम नहीं। इट्स अ गॉड थिंग। ये सारे जिन्ने भी दुनिया ते इंसान आ,
ਇੱਕ ਡਰੱਗੀ ਜਿਹੜਾ ਰੋਡ ਦੇ ਕੰਢੇ ਤੇ ਪਿਆ, ਉਹਦੇ ਤੋਂ ਲੈ ਕੇ ਤੇ ਦੁਨੀਆ ਦੇ ਵਿੱਚ ਜਿਹੜੇ ਅਸੀਂ ਪੋਪ ਬਣਾਏ ਹੋ ਉਹਨਾਂ ਤਾਈਂ, they all belong to God. ਹਰੇਕ ਇਨਸਾਨ ਪ੍ਰਭੂ ਦੀ ਜਾਇਦਾਦ ਆ, ਕਿਸੇ ਨੂੰ ਵੀ ਵਰਤ ਸਕਦਾ। ਪ੍ਰਭੂ ਦਾ ਹਥਿਆਰ ਆ ਸਾਰੇ, ਕਿਸੇ ਨੂੰ ਵੀ ਵਰਤ ਸਕਦਾ। ਪ੍ਰਭੂ ਦੇ ਵਹੀਕਲ ਆ, ਕਿਸੇ ਨੂੰ ਵੀ ਲੈ ਕੇ ਜਾ ਸਕਦਾ। ਔਰ ਜਿਸ ਲਈ ਪ੍ਰਭੂ ਨੇ ਕੋਈ ਕੰਮ ਕਰਾਉਣਾ ਹੁੰਦਾ, ਕੋਈ ਨਾ ਨਹੀਂ ਕਰ ਸਕਦਾ। ਦੁਨੀਆ 'ਚ ਕੋਈ ਇਨਸਾਨ ਕੋਈ ਵੱਡਾ ਕੰਮ ਨਹੀਂ ਕਰਦਾ ਪਿਆ। ਵੱਡਾ ਕੰਮ ਸਿਰਫ ਇੱਕੋ ਹੀ ਕਰਦਾ ਪਿਆ ਹੈ, ਪ੍ਰਭੂ ਦਾ ਆਤਮਾ। That's it. God himself. God is at work. ਸਾਡਾ ਪਿਆਰਾ ਬਾਪ ਕੰਮ ਕਰਦਾ ਪਿਆ। ਬਾਪ ਕੰਮ ਕਰਦਾ, ਬਾਕੀ ਜਿੰਨੇ ਸਾਰੇ ਆ ਉਹ ਵਰਤੇ ਜਾ ਰਹੇ ਆ। ਤੁਹਾਨੂੰ ਉਹ ਇਨਸਾਨ ਆ ਜਿਹੜਾ ਇਸ ਚੀਜ਼ ਦੇ ਲਈ ਸ਼ੁਕਰ ਕਰੇ, ਪ੍ਰਭੂ ਤੇਰਾ ਸ਼ੁਕਰ ਮੈਂ ਵਰਤਿਆ ਜਾ ਰਿਹਾ। That's it. ਮੈਂ ਕੋਈ ਇੱਥੇ ਵੱਡਾ ਕੰਮ ਨਹੀਂ ਕਰਦਾ ਪਿਆ, ਮੈਂ ਸਿਰਫ ਵਰਤਿਆ ਜਾ ਰਿਹਾ ਔਰ ਮੈਂ ਪ੍ਰਭੂ ਦਾ ਸ਼ੁਕਰ ਕਰਦਾ ਕਿ ਮੈਨੂੰ ਵਰਤ ਰਿਹਾ। That's it. That's all it is. I'm just used by God and he can use anyone. ਦੇਖੋ ਪ੍ਰਭੂ ਦੇ ਵਚਨ 'ਚ ਕੀ ਲਿਖਿਆ, ਕਹਿੰਦਾ ਤੁਸੀਂ ਮੇਰੇ ਉਸ ਜੀਵਨ ਬਾਰੇ ਸੁਣ ਚੁੱਕੇ ਹੋ ਜਦੋਂ ਮੈਂ ਯਹੂਦੀਆਂ ਦੇ ਮਤ ਦਾ ਮੰਨਣ ਵਾਲਾ ਸੀ। ਤੁਸੀਂ ਜਾਣਦੇ ਹੋ ਕਿ ਕਿਸ ਤਰ੍ਹਾਂ ਮੈਂ ਪਰਮੇਸ਼ਰ ਦੀ ਸੰਗਤ ਨਾਲ ਬੇਰਹਿਮੀ ਦੇ ਨਾਲ ਸਤਾਉਂਦਾ ਤੇ ਉਹਨਾਂ ਦਾ ਨਾਸ਼ ਕਰ ਰਿਹਾ ਸਾਂ। ਮੈਂ ਆਪਣੇ ਸਾਥੀ ਯਹੂਦੀਆਂ ਨਾਲੋਂ ਆਪਣੇ ਧਰਮ ਨੂੰ ਮੰਨਣ 'ਚ ਕਿਤੇ ਅੱਗੇ ਅਤੇ ਪੁਰਖਿਆਂ ਦੀਆਂ ਰਵਾਇਤਾਂ ਕਰਨ ਦੇ ਪੂਰਾ ਉਤਸ਼ਾਹੀ ਸਾਂ। ਪਰ ਪਰਮੇਸ਼ਰ ਨੇ ਮੈਨੂੰ ਮੇਰੇ ਜਨਮ ਲੈਣ ਤੋਂ ਪਹਿਲਾਂ ਹੀ ਵੱਖਰਾ ਕਰ ਲਿਆ ਤੇ ਆਪਣੀ ਸੇਵਾ ਦੇ ਲਈ ਚੁਣ ਲਿਆ। ਉਸੇ ਨੇ ਮੈਨੂੰ ਆਪਣੀ ਕਿਰਪਾ ਦੇ ਨਾਲ ਚੁਣਿਆ ਕਿ ਮੇਰੇ ਤੇ ਨੰਬਰ 1 ਮੇਰੇ ਤੇ ਆਪਣੇ ਪੁੱਤਰ ਨੂੰ ਪ੍ਰਗਟ ਕਰੇ, ਤਾਂ ਜੋ ਮੈਂ ਹੋਰਨਾਂ ਕੌਮਾਂ ਨੂੰ ਉਸ ਦਾ ਸ਼ੁਭ ਸਮਾਚਾਰ ਸੁਣਾਵਾਂ। ਇਸੇ ਦੇ ਲਈ ਮੈਂ ਕਿਸੇ ਮਨੁੱਖ ਤੋਂ ਸਲਾਹ ਨਹੀਂ ਲਈ। ਇੱਥੋਂ ਤੱਕ ਕਿ ਮੈਂ ਯਰੂਸ਼ਲਮ ਦੇ ਇੱਥੋਂ ਇਹ ਬੜੇ ਧਿਆਨ ਰੱਖਣ ਯੋਗ ਆਇਤ ਆ, 17ਵੀਂ ਆਇਤ। ਅਗਰ ਤੁਹਾਨੂੰ ਇਹ ਆਇਤ ਸਮਝ ਆ ਗਈ, ਤੁਹਾਡਾ ਜੀਵਨ ਬਦਲ ਜਾਏਗਾ। 17ਵੀਂ ਆਇਤ ਨੇ ਮੈਨੂੰ ਮਨੁੱਖ ਪ੍ਰਸਤੀ ਤੋਂ ਬਾਹਰ ਕੱਢ ਦਿੱਤਾ ਸੀ। ਜਿੱਦਣ ਇਹ ਆਇਤ ਖੁਦਾਵੰਦ ਨੇ ਮੇਰੇ ਲਈ ਖੋਲ ਦਿੱਤੀ, ਪ੍ਰਭੂ ਨੇ ਮੇਰੀ ਜ਼ਿੰਦਗੀ ਦੇ ਵਿੱਚ ਖੋਲ ਦਿੱਤੀ, ਮੈਨੂੰ ਮਨੁੱਖ ਪ੍ਰਸਤੀ ਤੋਂ ਉਸਨੇ ਬਾਹਰ ਕੱਢ ਦਿੱਤਾ। 3 ਤਰ੍ਹਾਂ ਦੀ ਇਨਸਾਨ ਪ੍ਰਸਤਿਸ਼ ਕਰਦਾ। ਬੁੱਤ ਪ੍ਰਸਤੀ, ਜਿਨ੍ਹਾਂ ਦੇ ਵਿੱਚ ਇਨਸਾਨ ਦੇ ਹੱਥਾਂ ਦੇ ਬਣਾਇਓ ਬੁੱਤ ਆ ਜਾਂਦੇ। ਔਰ ਪ੍ਰਭੂ ਦਾ ਕਿੰਨਾ ਸ਼ੁਕਰ ਕਰਨਾ ਚਾਹੀਦਾ। ਯੂ ਨੋ ਵਾਟ, ਕੁਛ ਕੁ ਚੀਜ਼ਾਂ ਦੇ ਲਈ ਮੈਂ ਖੁਦਾਵੰਦ ਦਾ ਮੁਸਲਮਾਨਾਂ ਦੇ ਲਈ ਬੜਾ ਸ਼ੁਕਰ ਕਰਦਾ। ਅਗਰ ਤੁਸੀਂ ਅੱਜ ਇਰਾਕ ਦੇ ਵਿੱਚ ਦੇਖੋ, ਜਿਹੜੇ ਸਾਡੇ ਕ੍ਰਿਸਚਨਾਂ ਨੇ ਪੁਰਾਣੇ ਦੇਵੀ ਦੇਵਤਿਆਂ ਦੇ ਮੂਰਤੀਆਂ ਲੱਭ ਕੇ ਉਹਨਾਂ ਦੇ ਮਿਊਜ਼ੀਅਮ ਬਣਾਏ ਹੋ ਆ ਨਾ, ਕੱਲ੍ਹ ਉਹ ਨਿਊਜ਼ ਦੇ ਵਿੱਚ ਦਿਖਾਉਂਦੇ ਪਏ ਸੀ ਕਿ ਮੁਸਲਮਾਨਾਂ ਨੇ ਉਹ ਸਾਰੀਆਂ ਮੂਰਤੀਆਂ ਤੋੜ ਦਿੱਤੀਆਂ। ਉਹ ਕਹਿੰਦੇ ਪਰਮੇਸ਼ਰ ਦੇ ਸਾਹਮਣੇ ਜਿਹੜੀ ਮੂਰਤੀ ਆ, ਕਹਿੰਦੇ ਇੱਕ ਸਮਾਂ ਸੀ ਲੋਕ ਇਹਨਾਂ ਮੂਰਤੀਆਂ ਦੀ ਪ੍ਰਸਤਿਸ਼ ਕਰਦੇ ਹੁੰਦੇ ਸੀ, ਇਹਨਾਂ ਦੀ ਪੂਜਾ ਕਰਦੇ ਹੁੰਦੇ ਸੀ। ਉਹਨਾਂ ਨੇ ਭੰਨ ਸਿੱਟੀਆਂ ਸਾਰੀਆਂ। ਔਰ ਇਹ ਰੋਂਦੇ ਪਤਾ ਕਿਹੜੀ ਚੀਜ਼ ਦੇ ਲਈ ਪਏ ਆ? ਈਚ ਆਫ ਦੈਟ ਹਿਸਟੋਰੀਕਲ ਫਿਗਰੀਨ worth $7 to $8 million. They broke 2 museums in Iraq and they taken care of all the figurines the people used to worship. That's what happened yesterday over there. The old gods and all that stuff. And who made those museums? Christians did. Muslims break all those into pieces. Bless them for that. We are not happy that idols are destroyed. We are worried that each of those things worth millions. Money is everything for church today. Shame on us. We were called to do that. ਅਸੀਂ ਉਹਨਾਂ ਨੇ ਮੁਸਲਮਾਨਾਂ ਨੇ ਕੀ ਕੀਤਾ ਹੈਗਾ, ਇਰਾਕ ਦੇ ਵਿੱਚ ਜਿਹੜੀਆਂ ਉਹਨਾਂ ਨੂੰ ਉਹ ਫਿਗਰੀਨਸ, ਪੁਰਾਣੇ ਦੇਵੀ ਦੇਵਤਿਆਂ ਦੇ ਨਾਮ ਜਿਹੜੇ ਅਸੀਂ ਬਾਈਬਲ 'ਚ ਪੜ੍ਹਦੇ ਹਾਂ, ਬਾਲ ਦੇਵਤਾ, ਅਸ਼ੇਰਥ ਦੇਵੀ, ਇਹ ਜਿਹੜੀਆਂ ਮੂਰਤੀਆਂ ਸੀਗੀਆਂ
ਕ੍ਰਿਸਚਨਾਂ ਨੇ ਉਹ ਮੂਰਤੀਆਂ ਲੱਭ ਕੇ ਉਹਨਾਂ ਦੇ ਮਿਊਜ਼ੀਅਮ ਬਣਾਤੇ। ਮੁਸਲਮਾਨਾਂ ਨੇ ਪਿਛਲੇ ਹਫ਼ਤੇ ਉਹ ਸਾਰੀਆਂ ਮੂਰਤੀਆਂ ਤੋੜ ਦਿੱਤੀਆਂ ਔਰ ਕਹਿਤਾ ਇਹ ਪ੍ਰਭੂ ਦੇ ਖਿਲਾਫ ਆ। ਨੋ ਵੰਡਰ ਪ੍ਰਭੂ ਉਹਨਾਂ ਨੂੰ ਤਾਕਤ ਦੇ ਰਿਹਾ ਅੱਗੇ ਵਧਣ ਦੀ, ਔਰ ਦਿਨ ਬ ਦਿਨ ਉਹਨਾਂ ਨੂੰ ਵਧਾ ਰਿਹਾ। ਔਰ ਸਾਡੇ ਕ੍ਰਿਸਚਨ ਕਿਸ ਚੀਜ਼ ਦੇ ਲਈ ਰੋਂਦੇ ਪਏ ਆ? ਉਹਨਾਂ ਚੋਂ ਇੱਕ ਮੂਰਤੀ 7-7, 8-8 ਮਿਲੀਅਨ ਡਾਲਰ ਦੀ ਸੀਗੀ। ਇਹਨਾਂ ਨੂੰ ਡਾਲਰਾਂ ਦਾ ਫਿਕਰ ਪਿਆ ਆ। ਬੁੱਤ ਪ੍ਰਸਤੀ ਪਹਿਲੀ ਚੀਜ਼, ਆਦਮ ਪ੍ਰਸਤੀ ਦੂਜੀ ਚੀਜ਼, ਅਹਮ ਪ੍ਰਸਤੀ ਆਪਣੀ ਪੂਜਾ ਤੀਜੀ ਚੀਜ਼। ਜਿਸਲੇ ਇਨਸਾਨ ਇਹਨਾਂ ਤਿੰਨ ਤਰ੍ਹਾਂ ਦੀਆਂ ਪੂਜਾਵਾਂ ਦੇ ਵਿੱਚੋਂ ਨਿਕਲਦਾ, ਫਿਰ ਉਹ ਪਰਮੇਸ਼ਵਰ ਦੀ ਪ੍ਰਸਤਿਸ਼ ਕਰਨੀ ਸ਼ੁਰੂ ਕਰਦਾ, ਨਹੀਂ ਤਾਂ ਇਹਨਾਂ 'ਚ ਹੀ ਫਸ ਕੇ ਮਰ ਜਾਂਦਾ। ਔਰ ਇੱਥੇ ਸਾਨੂੰ ਉਹ ਆਦਮ ਪ੍ਰਸਤੀ ਤੋਂ ਬਾਹਰ ਕੱਢ ਕੇ ਕਹਿੰਦਾ ਪਿਆ 17ਵੀਂ ਆਇਤ, ਧਿਆਨ ਦੇ ਨਾਲ ਦੇਖੋ। ਇਟ ਇਜ਼ ਵੈਰੀ ਇੰਪੋਰਟੈਂਟ। ਇੱਥੋਂ ਤੱਕ ਕਿ ਮੈਂ ਯਰੂਸ਼ਲਮ ਦੇ ਵਿੱਚ ਉਹਨਾਂ ਕੋਲ ਵੀ ਨਾ ਗਿਆ ਜੋ ਮੇਰੇ ਤੋਂ ਪਹਿਲਾਂ ਪਰਮੇਸ਼ਰ ਦੇ ਪ੍ਰਮੁੱਖ ਸੰਦੇਸ਼ ਵਾਹਕ ਸਨ। ਮੈਂ ਸਿੱਧਾ ਅਰਬ ਨੂੰ ਗਿਆ ਅਤੇ ਫਿਰ ਮੈਂ ਦਮਿਸ਼ਕ ਨੂੰ ਮੁੜ ਗਿਆ। ਔਰ ਅਰਬ ਦੇ ਵਿੱਚ ਮਾਊਂਟ ਸਾਇਨਾਈ ਜਿਹੜੀ ਗੁਫਾਵਾਂ, ਅਗਰ ਤੁਸੀਂ ਪੇਜ ਪਲਟ ਕੇ ਦੇਖੋ, ਪਿਛਲੇ ਪੇਜ ਦੇ ਵਿੱਚ ਅਗਰ ਧਿਆਨ ਦੇ ਨਾਲ ਦੇਖੋ ਤਾਂ ਉਹ ਗੁਫਾ ਜਿਹੜੀ ਆ ਉਹ ਮਾਊਂਟ ਸਾਇਨਾਈ ਦੀ ਗੁਫਾ ਜਿਹੜੀ ਇਸ ਪਿਕਚਰ ਦੇ ਵਿੱਚ ਤੁਹਾਨੂੰ ਦਿਖਾਈ ਦੇ ਰਹੀ ਆ, ਇਸ ਗੁਫਾ ਦੇ ਵਿੱਚ ਗਿਆ। ਮੈਂ ਸਿੱਧਾ ਅਰਬ ਨੂੰ ਗਿਆ ਔਰ ਫਿਰ ਮੈਂ ਦਮਿਸ਼ਕ ਨੂੰ ਮੁੜ ਆਇਆ। ਹਾਂ, ਇਹ ਠੀਕ ਹੈ ਕਿ 3 ਸਾਲਾਂ ਦੇ ਵਿੱਚੋਂ 3 ਸਾਲ ਉਹ ਪ੍ਰਚਾਰ ਕਰਦਾ ਰਿਹਾ। ਕਿੰਨੇ ਉਹ ਵਚਨ ਉਸ ਨੂੰ ਦਿੱਤਾ? ਪਰਮੇਸ਼ਵਰ ਨੇ ਆਪ ਦਿੱਤਾ। 3 ਸਾਲਾਂ ਦੇ ਪਿੱਛੋਂ ਮੈਂ ਜ਼ਰੂਰ ਜਰੂਸਲਮ ਕੈਫਾ ਨੂੰ ਮਿਲਣ ਦੇ ਲਈ ਗਿਆ ਅਤੇ ਉਸ ਦੇ ਨਾਲ 15 ਦਿਨ ਰਿਹਾ, ਪਰ ਉੱਥੇ ਮੈਂ ਕਿਸੇ ਪਰਮੇਸ਼ਵਰ ਦੇ ਹੋਰ ਪ੍ਰਮੁੱਖ ਸੰਦੇਸ਼ਵਾਹਕ ਨੂੰ ਨਾ ਮਿਲਿਆ ਸਿਵਾਏ ਯਾਕੂਬ ਦੇ ਅਤੇ ਪਰਮੇਸ਼ਵਰ ਦੇ ਭਰਾ ਦੇ। ਪਰਮੇਸ਼ਵਰ ਗਵਾਹ ਹੈ, ਜੋ ਕੁਝ ਮੈਂ ਲਿਖਿਆ ਹੈ ਉਹ ਸੱਚ ਹੈ। ਇਸ ਦੇ ਪਿੱਛੋਂ ਮੈਂ ਸੂਰਿਆ ਦੇ ਕਿਲਕਿਆ ਦੇ ਇਲਾਕਿਆਂ ਦੇ ਵਿੱਚ ਗਿਆ। ਮੈਂ ਯਹੂਦੀਆਂ ਦੀਆਂ ਮਸੀਹੀ ਵਿਸ਼ਵਾਸ ਸੰਗਤਾਂ ਨੂੰ ਅਜੇ ਤੱਕ ਵਿਅਕਤੀਗਤ ਤੌਰ 'ਤੇ ਨਹੀਂ ਮਿਲਿਆ ਹਾਂ ਅਤੇ ਉਹਨਾਂ ਨੇ ਕੇਵਲ ਸੁਣਿਆ ਹੀ ਹੈ। ਉਹਨਾਂ ਨੇ ਕੇਵਲ ਸੁਣਿਆ। ਕੀ ਸੁਣਿਆ? ਉਹ ਆਦਮੀ ਜੋ ਸਾਡੇ ਨਾਲ ਇੱਕ ਸਮੇਂ ਅਤਿਆਚਾਰ ਕਰਦਾ ਸੀ, ਹੁਣ ਉਹੀ ਉਸ ਵਿਸ਼ਵਾਸ ਦਾ ਪ੍ਰਚਾਰ ਕਰ ਰਿਹਾ ਹੈ ਜਿਸ ਨੂੰ ਕਿਸੇ ਸਮੇਂ ਉਸਨੇ ਖਤਮ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਸ ਲਈ ਉਹਨਾਂ ਨੇ ਮੇਰੇ ਲਈ ਪਰਮੇਸ਼ਵਰ ਦੀ ਵਡਿਆਈ ਕੀਤੀ। ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਗਲਤੀਆਂ ਦੀ ਪੁਸਤਕ ਪੜ੍ਹਨ ਜਾ ਰਹੇ ਹਾਂ। ਧਿਆਨ ਰੱਖਿਓ ਕਿ ਇਹ ਪੁਸਤਕ ਸਾਨੂੰ ਸੰਤ ਪੌਲ ਵੱਲੋਂ ਨਹੀਂ ਮਿਲੀ। ਜਦ ਸੰਤ ਪੌਲ ਨੂੰ ਚੇਲਿਆਂ ਨੇ ਜਿਹੜਾ ਕੁਝ ਸਿਖਾਇਆ ਉਸ ਦੇ ਰਾਹੀਂ ਨਹੀਂ ਮਿਲੀ। ਇਹ ਸਾਨੂੰ ਉਸੇ ਹੀ ਮਾਊਂਟ ਸਾਇਨਾਈ ਤੋਂ ਮਿਲੀ ਆ। ਇਹ ਸਾਨੂੰ ਉਸੇ ਹੀ ਪਰਮੇਸ਼ਰ ਦੇ ਪਵਿੱਤਰ ਪਹਾੜ ਤੋਂ ਮਿਲੀ ਆ। ਔਰ ਪਰਮੇਸ਼ਰ ਨੇ ਜਿਸ ਤਰ੍ਹਾਂ ਮੂਸਾ ਨੂੰ ਮੂੰਹ ਤੋਂ ਮੂੰਹ ਸਾਨੂੰ ਪੁਰਾਣਾ ਨਿਯਮ ਦਿੱਤਾ, ਉਸੇ ਹੀ ਤਰ੍ਹਾਂ ਨਵਾਂ ਨਿਯਮ, ਜਿਸ ਤਰ੍ਹਾਂ ਮੂਸਾ ਦੇ ਰਾਹੀਂ ਪੁਰਾਣਾ ਨਿਯਮ ਦਿੱਤਾ, ਉਸੇ ਤਰ੍ਹਾਂ ਮੂੰਹ ਤੋਂ ਮੂੰਹ ਨਵਾਂ ਨਿਯਮ ਉਸ ਨੇ ਪੌਲ ਦੇ ਰਾਹੀਂ ਦਿੱਤਾ ਸਾਨੂੰ। ਇਸ ਕਰਕੇ ਸਾਨੂੰ ਬੜਾ ਧਿਆਨ ਰੱਖਣਾ ਚਾਹੀਦਾ ਕਿ ਇਸ ਤੋਂ ਪਹਿਲਾਂ ਕਿ ਅਸੀਂ ਇਹਨਾਂ ਪੁਸਤਕਾਂ ਨੂੰ ਚੇਲਿਆਂ ਦੀ ਪੁਸਤਕ ਜਾਂ ਇਸ ਦੀ ਪੁਸਤਕ ਜਾਂ ਉਸ ਦੀ ਪੁਸਤਕ ਕਹੀਏ, ਅਸੀਂ ਦੇਖੀਏ ਕਿ ਉਹ ਪੁਸਤਕ ਦੀ ਜੜ ਕੀ ਆ। ਔਰ ਇਸ ਦੀ ਜੜ ਇਹ ਆ ਕਿ ਮਸੀਹਤ ਦੇ ਉੱਤੇ ਦੁੱਖ ਆਇਆ। ਦੁੱਖ ਦੇ ਵਿੱਚੋਂ ਇੱਕ ਜਨ ਪੈਦਾ ਹੋਇਆ, ਇੱਕ ਨਵੀਂ ਆਤਮਾ ਪੈਦਾ ਹੋਈ ਔਰ ਉਹ ਆਤਮਾ ਦਾ ਨਾਂ ਸੀ ਸੰਤ ਪੌਲ। ਉਸ ਨੂੰ ਲੈ ਕੇ ਪਰਮੇਸ਼ਵਰ ਅਰਬ ਦੇ ਉਸੇ ਸੀਨਾ ਪਹਾੜ ਦੇ ਵਿੱਚ ਗਿਆ ਔਰ ਉਸ ਨੂੰ ਆਪਣਾ ਸ਼ੁਭ ਸਮਾਚਾਰ ਦਿੱਤਾ। ਔਰ ਉਹੀ ਸ਼ੁਭ ਸਮਾਚਾਰ ਲਿਆ ਕੇ ਉਸਨੇ ਉਸ ਦਾ ਪ੍ਰਚਾਰ ਕੀਤਾ ਔਰ ਇਹਨਾਂ ਪੁਸਤਕਾਂ ਦੇ ਰਾਹੀਂ ਉਸਨੇ ਸਾਡੇ ਤਾਈਂ ਪਹੁੰਚਾਇਆ, ਜਿਸ ਨੂੰ ਅੱਜ ਅਸੀਂ ਪੜ੍ਹਦੇ ਪਏ ਹਾਂ। ਠੀਕ?
ਸੋ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਸੰਤ ਪੌਲ ਨੂੰ ਦੇਖਾਂਗੇ, ਅਸੀਂ ਉਸ ਇਨਸਾਨ ਨੂੰ ਦੇਖਾਂਗੇ ਜੋ ਇਨਸਾਨਾਂ ਦੇ ਰਾਹੀਂ ਤਿਆਰ ਨਹੀਂ ਕੀਤਾ ਗਿਆ। ਜੋ ਕੁਝ ਇਨਸਾਨ ਨੇ ਉਸ ਇਨਸਾਨ ਨੂੰ ਸਿਖਾਇਆ, ਉਹ ਕਹਿੰਦਾ ਕਿ ਮੈਂ ਬਿਨਯਾਮੀਨ ਕਬੀਲੇ ਦੇ ਵਿੱਚ ਪੈਦਾ ਹੋਇਆ, ਗਮਲੀਅਲ ਦੇ ਰਾਹੀਂ ਪੜ੍ਹਾਇਆ ਗਿਆ, ਯਹੂਦੀਆਂ ਦਾ ਯਹੂਦੀ, ਇਜ਼ਰਾਈਲੀਆਂ ਦਾ ਇਜ਼ਰਾਈਲੀ ਸੀ, ਪ੍ਰਭੂ ਦੇ ਵਚਨ ਦੇ ਵਿੱਚ ਉਤਸ਼ਾਹੀ ਸੀ ਔਰ ਪ੍ਰਭੂ ਦੀਆਂ ਰਵਾਇਤਾਂ ਔਰ ਪ੍ਰਭੂ ਦਾ ਵਿਧਾਨ ਰੱਖਣ ਦੇ ਵਿੱਚ ਮੇਰੇ ਤੇ ਕੋਈ ਉਂਗਲ ਨਹੀਂ ਚੁੱਕ ਸਕਦਾ ਸੀ। ਪਰ ਮੈਂ ਉਹਨਾਂ ਸਾਰੀਆਂ ਚੀਜ਼ਾਂ ਨੂੰ ਕੂੜਾ ਸਮਝਦਾ, ਮੈਂ ਉਹਨਾਂ ਪੁਰਾਣੀਆਂ ਚੀਜ਼ਾਂ ਨੂੰ ਕੂੜਾ ਸਮਝਦਾ। ਮੈਂ ਗਮਲੀਅਲ ਦੇ ਰਾਹੀਂ ਸਿਖਾਇਆ ਗਿਆ, ਉਹਨਾਂ ਚੀਜ਼ਾਂ ਨੂੰ ਮੈਂ ਕੂੜਾ ਸਮਝਦਾ। ਬਿਨਯਾਮੀਨ ਦੇ ਕਬੀਲੇ ਦੇ ਵਿੱਚ ਮੈਂ ਪੈਦਾ ਹੋਇਆ, ਜਾਤ ਪਾਤ ਨੂੰ ਮੈਂ ਕੂੜਾ ਸਮਝਦਾ। ਇਜ਼ਰਾਈਲੀਆਂ ਦਾ ਮੈਂ ਇਜ਼ਰਾਈਲੀਆਂ, ਉਸ ਚੀਜ਼ ਨੂੰ ਮੈਂ ਕੂੜਾ ਸਮਝਦਾ। ਮੈਂ ਧਰਮ ਰੱਖਿਆ, ਧਾਰਮਿਕਤਾ 'ਚ ਸਭ ਤੋਂ ਅੱਗੇ ਸੀ, ਉਹਨਾਂ ਚੀਜ਼ਾਂ ਨੂੰ ਮੈਂ ਕੂੜਾ ਸਮਝਦਾ। ਸਿਰਫ ਮਸੀਹ ਤੇ ਉਹਦਾ ਸਭ ਸਮਾਚਾਰ ਹੀ ਹੁਣ ਮੇਰੀ ਜ਼ਿੰਦਗੀ ਦਾ ਆਧਾਰ ਆ, ਔਰ ਕੋਸ਼ਿਸ਼ ਕਰ ਰਿਹਾ ਕਿ ਮੈਨੂੰ ਮਸੀਹ ਦਾ ਉਹ ਸਵਰੂਪ ਮਿਲ ਜਾਏ ਜਿਸ ਨੇ ਉਹ ਗੁਫਾ ਦੇ ਵਿੱਚ ਜਿਹੜਾ ਉਸਨੇ ਮੈਨੂੰ ਦਿਖਾਇਆ। ਆਮੇਨ। ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਸੰਤ ਪੌਲ ਔਰ ਉਸ ਦੀਆਂ ਪੁਸਤਕਾਂ ਨੂੰ ਪੜ੍ਹਾਂਗੇ, ਜਿੰਨਾ ਪ੍ਰਭੂ ਸਾਨੂੰ ਸਮਾਂ ਦੇਏਗਾ, ਔਰ ਫਿਰ ਦੇਖਾਂਗੇ ਖੁਦਾਵੰਦ ਇਹਨਾਂ ਸਾਰੀਆਂ ਚੀਜ਼ਾਂ ਦੇ ਰਾਹੀਂ ਸਾਨੂੰ ਕੀ ਸਿਖਾ ਰਿਹਾ। ਪਰ ਅੱਜ ਦੇ ਦਿਨ ਦੇ ਲਈ ਮੈਂ ਤੁਹਾਨੂੰ ਇੱਕ ਨਗਟ ਦੇ ਕੇ ਘੱਲਣ ਜਾ ਰਿਹਾ ਕਿ ਪ੍ਰਭੂ ਨੇ ਤੁਹਾਡੇ ਜਨਮ ਤੋਂ ਪਹਿਲਾਂ ਤੁਹਾਨੂੰ ਚੁਣਿਆ ਆਪਣੇ ਲਈ ਔਰ ਵੱਖਰਾ ਕੀਤਾ ਕਿ ਤੁਸੀਂ ਉਸ ਦੇ ਵੱਡੇ ਕੰਮਾਂ ਦਾ ਪ੍ਰਚਾਰ ਕਰੋ। You are God chosen. You are chosen by your Father in heaven. Honor that. Honor that. ਜਿਸ ਵੇਲੇ ਵੀ ਤੁਸੀਂ ਦੁਨਿਆਵੀ ਦੁੱਖਾਂ ਦੇ ਵਿੱਚ ਦੀ ਗੁਜ਼ਰ ਰਹੇ ਆ, ਔਰ ਪਿਛਲੇ ਹਫ਼ਤੇ ਅਸੀਂ ਦੇਖਿਆ ਸਾਡੇ ਤੇ ਏਡੇ ਵੱਡੇ ਦੁੱਖ ਨਹੀਂ ਆਉਂਦੇ। ਅਸੀਂ ਦੇਖਿਆ ਕਿਸ ਤਰ੍ਹਾਂ ਉਹਨਾਂ ਨੇ ਸਾਡੇ ਭੈਣਾਂ ਭਰਾਵਾਂ ਦੇ ਸਾਡੇ 22 ਐਸੇ ਬੰਦੇ ਉਹਨਾਂ ਨੇ ਇਜਿਪਟ ਦੇ ਵਿੱਚੋਂ ਜਵਾਨ ਮੁੰਡੇ, ਅਗਰ ਧਿਆਨ ਦੇ ਨਾਲ ਉਸ ਤਸਵੀਰ ਨੂੰ ਤੁਸੀਂ ਦੁਬਾਰਾ ਦੇਖੋ, ਉਹਨਾਂ ਨੂੰ ਫੜਿਆ, ਸਮੁੰਦਰ ਦੇ ਕੰਢੇ ਲੈ ਕੇ ਗਏ ਆ। ਸਮੁੰਦਰ ਦਾ ਉਹਨਾਂ ਨੇ ਕੰਢਾ ਉਹ ਚੁਣਿਆ ਜਿਹੜਾ ਸਾਡੇ ਵੱਲ ਨੂੰ ਆ, ਸਾਨੂੰ ਦਿਖਾਉਣ ਦੇ ਲਈ ਕਿ ਅਸੀਂ ਤੁਹਾਡੇ ਕੋਲ ਆ ਰਹੇ ਹਾਂ, ਹੁਣ ਤੁਹਾਡੀ ਵਾਰੀ ਸ਼ੁਰੂ ਹੋਣ ਵਾਲੀ ਆ। ਉਹਨਾਂ ਨੇ ਸਾਨੂੰ ਇਹ ਦਿਖਾਇਆ ਕਿ ਅਸੀਂ ਇਰਾਕ ਤੋਂ ਲੈ ਕੇ ਯਮਨ ਦੇ ਵਿੱਚ ਦੀ ਹੁੰਦੇ ਹੋਏ ਇਸ ਵੇਲੇ ਈਜਿਪਟ ਤਾਈਂ ਕਲੈਂਜ਼ਿੰਗ ਕਰ ਦਿੱਤੀ ਆ, ਹੁਣ ਤੁਹਾਡੀ ਵਾਰੀ ਆ। ਉਹਨਾਂ ਨੇ ਉਹ ਸਮੁੰਦਰ ਦਾ ਕੰਢਾ ਚੁਣਿਆ ਜਿਹਦਾ ਮੱਥਾ ਸਾਡੇ ਨਾਲ ਲੱਗਦਾ, ਕਿ ਹੁਣ ਤੁਹਾਡੀ ਵਾਰੀ ਆ। ਉੱਥੇ ਉਹਨਾਂ ਨੇ ਲਿਜਾ ਕੇ ਉਹਨਾਂ 22 ਬੰਦਿਆਂ ਨੂੰ ਕਤਲ ਕੀਤਾ, ਉਹਨਾਂ ਦੇ ਗਲ ਉਹਨਾਂ ਦੇ ਸਰੀਰ ਤੋਂ ਅਲੱਗ ਕੀਤੇ ਆ। ਮਾਵਾਂ ਜਿਨ੍ਹਾਂ ਦੇ ਪੁੱਤ ਮਰ ਗਏ, ਭੈਣਾਂ ਜਿਨ੍ਹਾਂ ਦੇ ਭਰਾ ਮਰ ਗਏ, ਬੇਟੀਆਂ ਜਿਨ੍ਹਾਂ ਦੇ ਬਾਪ ਮਰ ਗਏ। ਚਰਚ ਦੇ ਵਿੱਚ ਬੈਠ ਕੇ ਔਰਤਾਂ ਨੇ ਉਹਨਾਂ ਦਾ ਫਿਊਨਰਲ ਕੀਤਾ ਆ। ਕੋਈ ਮਰਦ ਉੱਥੇ ਦਿਖਾਈ ਨਹੀਂ ਦਿੰਦਾ ਪਿਆ, ਸਭ ਡਰ ਕੇ ਲੁਕੇ ਹੋ। ਆਖਰੀ ਮੋਢਾ ਔਰਤਾਂ ਨੇ ਦਿੱਤਾ ਆ ਆਪਣਿਆਂ ਨੂੰ ਦੱਬਣ ਦੇ ਵਿੱਚ। ਕਿੰਨੇ ਭਾਰੇ ਦੁੱਖਾਂ ਦੀ ਉੱਥੇ ਅਸੀਂ ਗੁਜ਼ਰਦੇ ਪਏ ਆ। ਇਹ ਤੋਂ ਭਾਰੇ ਦੁੱਖਾਂ 'ਚ ਤਾਂ ਨਹੀਂ ਗੁਜ਼ਰਦੇ ਪਏ ਜਿੱਦਾਂ ਦੇ ਦੁੱਖਾਂ 'ਚ ਸਾਡੇ ਭੈਣ ਭਰਾ ਗੁਜ਼ਰ ਰਹੇ ਆ। ਪਰ ਪ੍ਰਭੂ ਕੀ ਪੈਦਾ ਕਰੇਗਾ, ਕੀ ਉੱਥੇ ਪੈਦਾ ਕਰੇਗਾ? ਪ੍ਰਭੂ ਕੀ ਕਰਨ ਜਾ ਰਿਹਾ? ਸੋ ਮੇਰੀ ਬੇਨਤੀ ਹੈ ਕਿ ਜਿਸਲੇ ਤੁਸੀਂ ਦੁੱਖਾਂ 'ਚੋਂ ਜਾ ਰਹੇ ਆ ਨਾ,
इस चीज़ की खुशी मनाओ कि प्रभु तू सब तो पहला इस दुख तो पैदा करन की जा रहा। स्तिफनुस दे दुख तो तू साउल पैदा किया, मेरे दुख तो की पैदा करेगा? किहनू बरकत दवा देगा? किहदे लई कहा देगा कि इहदे ते ये पाप ना लाई? दूसरी चीज, तेरा शुक्र है तू मैनू चुनिया कि मैं तेरे नाम की खातर ये दुख सह रहा। याद रखे हो इन चीज़ों। सानू प्यारे बाप ने आप चुनिया, अपने लिए चुनिया और अपने काम। सो सानू उसदे काम करते रहना चाहिए। आओ दुआ करिए।